ਸਤਿ ਸ਼੍ਰੀ ਅਕਾਲ ਜਗਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਨਵਜੋਤ ਕੌਰ। ਇਸ ਵੇਲੇ ਦੀ ਵੱਡੀ ਖਬਰ, ਭਾਰਤ ਸਰਕਾਰ ਵੱਲੋਂ ਅਨਲੌਕ 3 ਨੂੰ ਲੈ ਕੇ ਨਵੀਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਗਈਆਂ ਨੇ। ਜੀ ਹਾਂ, 1 ਅਗਸਤ ਤੋਂ ਅਨਲੌਕ 3 ਦੀ ਲਾਗੂ ਕੀਤਾ ਜਾਵੇਗਾ, ਜਿਸ ਦੇ ਤਹਿਤ ਨਾਈਟ ਕਰਫਿਊ ਨੂੰ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਨੂੰ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਹਾਲਾਂਕਿ ਬਹੁਤ ਸਾਰੇ ਲੋਕਾਂ ਵੱਲੋਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਉਹਨਾਂ ਦੇ ਕਾਰੋਬਾਰ ਨੂੰ ਵੀ ਖੋਲ੍ਹਿਆ ਜਾਵੇਗਾ, ਪਰ ਫਿਲਹਾਲ ਦੇ ਲਈ ਜਿਮ ਖੋਲ੍ਹੇ ਗਏ ਨੇ। ਭਾਰਤ ਸਰਕਾਰ ਵੱਲੋਂ ਗਾਈਡਲਾਈਨਸ ਜਿਹੜੀਆਂ ਜਾਰੀ ਕੀਤੀ ਗਈਆਂ ਨੇ। ਇਸ ਤੋਂ ਇਲਾਵਾ ਸਕੂਲਾਂ ਲਈ ਜਿਹੜੀ ਹੈ ਪਾਬੰਦੀ ਲਗਾ ਦਿੱਤੀ ਗਈ ਹੈ ਕਿ 31 ਅਗਸਤ ਤੱਕ ਜਿਹੜੇ ਸਕੂਲ ਨੇ ਉਹ ਬੰਦ ਰਹਿਣਗੇ। ਇਸ ਤੋਂ ਇਲਾਵਾ ਹੋਰ ਕੀ ਅਪਡੇਟ ਅੱਜ ਭਾਰਤ ਸਰਕਾਰ ਵੱਲੋਂ ਦਿੱਤੀ ਗਈ ਹੈ, ਇਸ ਦੇ ਉੱਤੇ ਜਾਣਕਾਰੀ ਲੈਣੇ ਆ। ਮੇਰੇ ਨਾਲ ਇਸ ਸਮੇਂ ਪੱਤਰਕਾਰ ਜਤਨ ਸ਼ਰਮਾ ਮੌਜੂਦ ਨੇ। ਜੀ ਜਤਨ, ਕੀ ਕਿਹਾ ਗਿਆ ਭਾਰਤ ਸਰਕਾਰ ਵੱਲੋਂ ਕਿ ਕੀ ਖੁੱਲੇਗਾ ਹੁਣ ਤੇ ਕੀ ਬੰਦ ਰਹੇਗਾ? हाँ बिल्कुल, अज लोग उम्मीद कर रहे सी क्योंकि अगस्त महीने की शुरुआत होने वाली है। लोगों को उम्मीद सी कि जल्दी ही गाइडलाइनस आ सकदियां ने। कुछ लोगों की उड़ीक सी कि साडे कारोबार बंद पे ने, वो खुलणगे या नहीं खुलणगे। तो इस दे उत्ते सरकार ने जो उन्होंने मनां दे विच संशय सीगा उसनूं दूर करन दी कोशिश कीती है। ये प्रैस नोट है मेरे को, जो भी सरकार ने गाइडलाइनस जारी कीतियां ने, मिनिस्ट्री ऑफ होम अफेयर ने ये जारी कीतियां ने अनलॉक 3 दी। मैं तुहानूं एक एक करके दस देना चाहुंदा। सब तो पहलां तां वड्डी गल है कि अनलॉक 3 है जो 1 अगस्त तो लागू होगा। तो सब तो वड्डी गल इहदे विच यह है कि जो नाइट करफ्यू सी उसनूं हटा दिता गया है। हुण जो लोग रात नूं भी ट्रैवल कर सकते हैं, पहले ट्रैवल बैन सी, रात नूं नहीं कर सकते सी, सिर्फ दिने दिने ही कर सकते सी। हुण वो 1 अगस्त तो हटा दिता गया। जिहड़े लोग एक थां तो दूसरी थां जाना चाहते हैं हुण वो रात नूं भी ट्रैवल कर सकते हैं। नंबर 1 ये सी। नंबर 2 सब तो वड्डी गल होर इस दे विच यह है कि योगा इंस्टीट्यूट खोल दिते गए ने। ते इस तो इलावा जिहड़े जिम ने, लोकी बड़े लंबे समय तो उड़ीक करते सी कि जिम कदों खुलणगे। ते अक्सर जिहड़े जिम दे मालक भी ने ते नौजवान भी ने, खिडारी भी ने, खास करके वो कह रहे सीगे कि एक पासे तां करोना वायरस चल रहा है, उसे बंदा करोना वायरस नूं हरा सकता है जिसका इम्यून सिस्टम स्ट्रोंग होगा। सवाल उठा रहे सी नौजवान भी, जिम मालक भी। एक पासे ते शराब के ठेके खोल दिते गए जिस दे नाल इम्यून सिस्टम खराब हुंदा, सारी बॉडी ही खराब हुंदी है। ते जिम क्यों नहीं खोले जा रहे जिथे असीं कसरत कर सकते हैं? तो सरकार ने उन्हां दी गल वल ध्यान दिता वा, जिम खोले जाणगे। इस तो इलावा जो योगा सेंटर ने वो भी खोले जा रहे हैं, लेकिन यह 5 अगस्त तो खोले जाणगे। इसे तरीके नाल होर भी मेरे कोल गाइडलाइनस ने, वो आपां दस देना चाहुंदे आ। 15 अगस्त 17 दिन रहिंदे ने, आज़ादी दिहाड़ा आने वाला वा। 15 अगस्त 1947 ਨੂੰ देश आज़ाद होया सी। सारे देश ਦੇ ਵਿੱਚ 15 अगस्त ਨੂੰ कार्यक्रम ਹੁੰਦੇ ਨੇ, ਸਕੂਲਾਂ ਦੇ ਵਿੱਚ ਵੀ ਹੁੰਦੇ ਨੇ, ਕਾਲਜਾਂ ਦੇ ਵਿੱਚ ਵੀ ਹੁੰਦੇ ਨੇ। ਸਕੂਲ ਕਾਲਜ ਤਾਂ ਫਿਲਹਾਲ ਨਹੀਂ ਖੁੱਲ ਰਹੇ, ਲੇਕਿਨ ਇਹ ਜੋ ਪ੍ਰੋਗਰਾਮ ਨੇ ਆਜ਼ਾਦੀ ਦਿਹਾੜੇ ਦੇ ਉਹ ਮਨਾਏ ਜਾ ਸਕਦੇ ਨੇ। ਲੇਕਿਨ ਉਸ ਦੇ ਲਈ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ਵਿੱਚ ਰੱਖਣਾ ਹੋਊਗਾ ਤੇ ਇਸ ਦੀ ਜ਼ਿੰਮੇਵਾਰੀ ਜੋ ਸਥਾਨਕ ਸਰਕਾਰਾਂ ਨੇ ਉਹਦੀ ਜ਼ਿੰਮੇਵਾਰੀ ਹੋਊਗੀ। ਡਿਪਟੀ ਕਮਿਸ਼ਨਰ ਹੋਗੇ, ਉਹਨਾਂ ਦੀ ਜ਼ਿੰਮੇਵਾਰੀ ਹੈ ਕਿਤੇ ਸੋਸ਼ਲ ਡਿਸਟੈਂਸਿੰਗ ਦਾ ਧੱਜੀਆਂ ਨਾ ਉਡਣ। 15 ਅਗਸਤ ਦੇ ਛੋਟੇ ਮੋਟੇ ਪ੍ਰੋਗਰਾਮ ਮਨਾਏ ਜਾ ਸਕਦੇ, ਲੇਕਿਨ ਤੁਸੀਂ ਵੱਡਾ ਇਕੱਠ ਜਲਸਾ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਹੋਰ ਹੈ, ਸਕੂਲ, ਕਾਲਜਿਸ ਔਰ ਕੋਚਿੰਗ ਇੰਸਟੀਟਿਊਸ਼ਨਸ ਹਾਲੇ ਬੰਦ ਹੀ ਰਹਿਣਗੀਆਂ 31 ਅਗਸਤ ਤੱਕ। अगले निर्देश 31 अगस्त तक आएंगे। उम्मीद है कि 1-2 दिन पहला आएंगे। 1 महीना अगला भी हले ਜਿਹੜੇ ਸਕੂਲ ਨੇ ਉਹ ਬੰਦ ਰਹਿਣਗੇ, ਕਾਲਜਿਸ ਬੰਦ ਰਹਿਣਗੇ, ਹੋਰ ਕਿਸੇ ਵੀ ਤਰੀਕੇ ਦੇ ਵਿਦਿਅਕ ਅਦਾਰੇ ਨੇ, ਟਿਊਸ਼ਨ ਸੈਂਟਰਸ ਨੇ, ਉਹਨਾਂ ਨੂੰ ਸਾਰਿਆਂ ਨੂੰ ਬੰਦ ਹੀ ਰੱਖਣ ਦਾ ਫੈਸਲਾ ਲਿਆ ਗਿਆ ਵਾ। 31 ਅਗਸਤ ਤੱਕ ਸਕੂਲ, ਕਾਲਜ, ਵਿਦਿਅਕ ਅਦਾਰੇ ਸਾਰੇ ਬੰਦ ਰਹਿਣਗੇ। ਇਸ ਤੋਂ ਇਲਾਵਾ ਆਪਾਂ ਅੱਗੇ ਇੰਟਰਨੈਸ਼ਨਲ ਟਰੈਵਲ ਦੀ ਬੜੀ ਗੱਲਬਾਤ ਹੁੰਦੀ ਹੈ ਕਿ ਇੰਟਰਨੈਸ਼ਨਲੀ ਟਰੈਵਲ ਅਸੀਂ ਕਦੋਂ ਤੋਂ ਕਰ ਸਕਦੇ ਹਾਂ। ਫਿਲਹਾਲ ਇਸ ਦੇ ਬਾਰੇ ਇਹੀ ਕਿਹਾ ਹੋਇਆ ਕਿ ਇੰਟਰਨੈਸ਼ਨਲ ਟਰੈਵਲ ਲਿਮਟਿਡ ਮੈਨਰ ਦੇ ਵਿੱਚ ਖੋਲ੍ਹਿਆ ਜਾਊਗਾ ਤੇ ਲੋਕ ਜਿਹੜਾ ਟਰੈਵਲ ਕਰ ਰਹੇ ਨੇ ਉਹ ਸੇਮ ਹੀ ਹੈ ਜੋ ਕਿ ਵੰਦੇ ਭਾਰਤ ਮਿਸ਼ਨ ਚੱਲ ਰਿਹਾ ਵਾ। ਵੰਦੇ ਭਾਰਤ ਮਿਸ਼ਨ ਦੇ ਤਹਿਤ ਕੀ ਹੈ, ਭਾਰਤ ਸਰਕਾਰ ਇਵੈਕੂਏਟ ਕਰ ਰਹੀ ਹੈ ਲੋਕਾਂ ਨੂੰ। ਇਸੇ ਤਰੀਕੇ ਦੇ ਨਾਲ ਜੋ ਵਿਦੇਸ਼ ਦੀਆਂ ਹੋਰ ਵੀ ਸਰਕਾਰਾਂ ਨੇ, ਹੋਰ ਮੁਲਕ ਨੇ, ਉਹ ਵੀ ਆਪਣੇ ਲੋਕਾਂ ਨੂੰ ਇੱਕ ਥਾਂ ਤੋਂ ਜਿਹੜੇ ਫਸੇ ਹੋਏ ਨੇ ਦੂਸਰੀ ਥਾਂ ਤੇ ਪਹੁੰਚਾ ਰਹੇ ਨੇ, ਉਹਨਾਂ ਨੂੰ ਕੱਢ ਕੇ ਵਾਪਸ ਆਪਣੇ ਘਰ ਲਿਆ ਰਹੇ ਨੇ। ਵੰਦੇ ਭਾਰਤ ਜਿਹੜਾ ਮਿਸ਼ਨ ਚੱਲ ਰਿਹਾ ਉਸੇ ਦੇ ਤਹਿਤ अगर कोई व्यक्ति विदेश तो आना चाहता इत्थे तो आऊगा। इसे तरीके नाल कोई विदेश तो व्यक्ति भारत विच आया होया सी, उन्हें वापस जाना, तो वह यही जो स्पैशल फ्लाइट्स चल रही ने उन्हां दे सहारे दे नाल ही व्यक्ति विदेश जा सकता है। फिलहाल दी ये गाइडलाइनस ने। इस तो इलावा कुछ होर चीज़ां ने कि किहड़ियां चीज़ां नहीं खुलणगियां। कुछ लोग उम्मीद कर रहे सी कि हुण शायद सारा कुछ खुल जाऊगा या काफ़ी चीज़ां खुल जाणगियां, वो चीज़ नहीं हो रही। उस दे विच सब तो वड्डी गल है मैट्रो रेल हाले बंद ही रहूगी। मैट्रो रेल नहीं खोली जा रही। इस तरीके दे नाल सिनेमा हॉल ने बंद रहणगे, स्विमिंग पूल ने वो भी बंद रहणगे, एंटरटेनमेंट पार्क वो भी बंद रहणगे, थिएटर, बार, ऑडिटोरीयम्स ये बंद रहणगे, असैंबली हॉल्स ये भी बंद रहणगे। इस तरीके नाल सिमिलर प्लेसिस की एक टर्म पाई है, सिमिलर प्लेसिस यानी कि जिथे गैदरिंग ज़्यादा हुंदी है वो सारियां चीज़ां भी बंद ही रहणगियां। मिनिस्ट्री ऑफ होम अफेयर्स ने ये गाइडलाइनस जारी कीतियां ने। होर अगे आपां नज़र मार दिंदे आ, लॉकडाउन जारी रहूगा कंटेनमेंट जोन दे विच 31 अगस्त तक
ਜਿਹੜੇ ਜਿੰਨੇ ਵੀ ਕੰਟੇਨਮੈਂਟ ਜ਼ੋਨ ਨੇ, ਕੰਟੇਨਮੈਂਟ ਜ਼ੋਨ ਆਪਾਂ ਉਹਨਾਂ ਨੂੰ ਕਹਿ ਦਿੰਦੇ ਆ, ਕੋਈ ਅਗਰ ਮੁਹੱਲਾ ਵਾ, ਕਲੋਨੀ ਆ, ਬਹੁਤ ਜ਼ਿਆਦਾ ਕੇਸ ਜਿੱਥੇ ਆ ਰਹੇ ਨੇ, ਤਾਂ ਫਿਲਹਾਲ ਉੱਥੇ ਲੋਕਡਾਊਨ ਹੀ ਰਹੂਗਾ। ਜੋ ਵੀ ਲੋਕਡਾਊਨ ਦੀਆਂ ਹਦਾਇਤਾਂ ਨੇ, ਜੋ ਵੀ ਲੋਕਲ ਐਡਮਿਨਿਸਟ੍ਰੇਸ਼ਨ ਨੇ ਦਿੱਤੀਆਂ ਵੀ ਨੇ, ਡਿਪਟੀ ਕਮਿਸ਼ਨਰ ਦੇ ਲੈਵਲ ਤੱਕ ਜਾਂ ਫਿਰ ਜੋ ਹੋਰ ਉੱਥੇ ਅਧਿਕਾਰੀ ਹੁੰਦੇ ਆ, ਜੋ ਵੀ ਸਰਕਾਰ ਦੀਆਂ ਨੇ, ਇਸੇ ਤਰੀਕੇ ਨਾਲ ਯੂਨੀਅਨ ਟੈਰੀਟਰੀ ਦੀਆਂ ਜੋ ਵੀ ਗਾਈਡਲਾਈਨਸ ਨੇ ਉਹਨਾਂ ਨੂੰ ਮੰਨਣਾ ਪਊਗਾ। ਲੋਕਡਾਊਨ ਹਲੇ ਉਸੇ ਤਰੀਕੇ ਦੇ ਨਾਲ ਜਾਰੀ ਰਹੂਗਾ। ਇਹ 31 ਅਗਸਤ ਤੱਕ ਦੀਆਂ ਗਾਈਡਲਾਈਨਸ ਨੇ। ਇਸ ਤੋਂ ਇਲਾਵਾ ਕੰਟੇਨਮੈਂਟ ਜ਼ੋਨ ਦੀ ਕੀ ਹਾਲਤ ਹੈ, ਉੱਥੇ ਕਿੰਨੇ ਕੋਵਿਡ ਪੇਸ਼ੈਂਟ ਆ ਰਹੇ ਨੇ, ਇਸ ਸਾਰੀ ਜਾਣਕਾਰੀ ਨੂੰ ਵੈਬਸਾਈਟ ਤੇ ਸਾਂਝਾ ਕਰਨਾ ਬੇहद ਜ਼ਰੂਰੀ ਹੈ ਤੇ ਇਸ ਦੀ ਜ਼ਿੰਮੇਵਾਰੀ ਹੈ ਡਿਸਟ੍ਰਿਕਟ ਕਲੈਕਟਰ ਦੀ। ਡਿਪਟੀ ਕਮਿਸ਼ਨਰ ਜਾਂ ਫਿਰ ਜਿਹੜੀ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਵੀ ਡਿਸਟ੍ਰਿਕਟ ਕਲੈਕਟਰ ਹੁੰਦੇ ਆ ਉਹਨਾਂ ਦੀ ਜ਼ਿੰਮੇਵਾਰੀ ਆ ਉਹਨਾਂ ਨੂੰ ਆਪਣੀ ਵੈਬਸਾਈਟ ਤੇ ਅਪਗ੍ਰੇਡ ਕਰਨਾ, ਅਪਡੇਟ ਕਰਨਾ ਬੜਾ ਜ਼ਰੂਰੀ ਹੈ। ਕਿਸ ਇਲਾਕੇ ਦੇ ਵਿੱਚ ਕਿੰਨੇ ਕੇਸ ਆ ਰਹੇ ਆ, ਜਲਦੀ ਤੋਂ ਜਲਦੀ ਉਹਨਾਂ ਨੂੰ ਅਪਡੇਟ ਕਰਨਾ ਪਊਗਾ। ਇਸੇ ਤਰੀਕੇ ਦੇ ਨਾਲ ਐਕਟੀਵਿਟੀਜ਼ ਇਨ ਦਾ ਕੰਟੇਨਮੈਂਟ ਜ਼ੋਨ ਸ਼ੈਲ ਬੀ ਮੈਂਸ਼ਨਡ। ਹਾਂ, ਕੰਟੇਨਮੈਂਟ ਜ਼ੋਨ ਦੇ ਵਿੱਚ ਕਿਸੇ ਵੀ ਤਰੀਕੇ ਦੀਆਂ ਐਕਟੀਵਿਟੀਜ਼ ਨਹੀਂ ਹੋ ਸਕਦੀਆਂ। ਉੱਥੇ ਸਖਤਾਈ ਉਸੇ ਤਰੀਕੇ ਨਾਲ ਬਰਕਰਾਰ ਰੱਖਣੀ ਹੋਊਗੀ। ਗਾਈਡਲਾਈਨਸ 3.0 ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਕੀ ਕੁਝ ਖੁੱਲੇਗਾ ਅਤੇ ਕੀ ਕੁਝ ਬੰਦ ਰਹੇਗਾ। ਜੋ ਵੀ ਐਕਟੀਵਿਟੀਜ਼ ਹੋਣਗੀਆਂ, ਉਸ ਇੱਕ ਚੀਜ਼ ਹੋ ਰਿਹਾ, ਉਸ ਦੇ ਉੱਤੇ ਜੋ ਅਥਾਰਟੀਜ਼ ਨੇ ਉਹਨਾਂ ਨੂੰ ਆਪਣੀ ਗਹਿਰਾਈ ਦੇ ਨਾਲ ਨਜ਼ਰ ਬਣਾ ਕੇ ਰੱਖਣੀ ਹੋਊਗੀ। ਕੁਝ ਇਹ ਗਾਈਡਲਾਈਨਸ ਨੇ ਜੋ ਕਿ 2 ਪੇਜ ਨੇ, ਮਿਨਿਸਟਰੀ ਆਫ ਹੋਮ ਅਫੇਅਰਸ ਦੇ ਆਪਣੇ ਜੋ ਵੈਬਸਾਈਟ ਆ ਉਸ ਦੇ ਉੱਤੇ ਵੀ ਮੌਜੂਦ ਹੈ ਤੇ ਉਹ ਗਾਈਡਲਾਈਨਸ ਦਾ ਜੋ ਪੂਰਾ ਚਿੱਠਾ ਹੈ ਉਹ ਇਸ ਵਕਤ ਸਾਡੇ ਕੋਲ ਹੈ ਤੇ ਜੋ ਦਰਸ਼ਕ ਨੇ ਇਸ ਵਕਤ ਖੁਦ ਵੀ ਜਾਣਨਾ ਚਾਹੁੰਦੇ ਨੇ ਕਿ ਕੀ ਕੁਝ ਖੁੱਲੇਗਾ, ਕੀ ਕੁਝ ਬੰਦ ਰਹੇਗਾ, ਉਹ ਮਿਨਿਸਟਰੀ ਆਫ ਹੋਮ ਅਫੇਅਰਸ ਦੀ ਜੋ ਵੈਬਸਾਈਟ ਹੈ ਉੱਥੇ ਜਾ ਕੇ ਵੀ ਦੇਖ ਸਕਦੇ ਆ। ਜੀ ਨਵਜੋਤ, ਕੀ ਕਹਿ ਰਹੇ ਸੀ ਤੁਸੀਂ? ਜੀ, ਇਹ ਗਾਈਡਲਾਈਨਸ ਜਿਹੜੀਆਂ ਸਰਕਾਰ ਵੱਲੋਂ ਜਾਰੀ ਕੀਤੀ ਗਈਆਂ ਨੇ, ਪਰ ਇਸੇ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਅੱਜ WHO ਵੱਲੋਂ ਕਿਹਾ ਗਿਆ ਕਿ ਇਸ ਨੂੰ ਹਲਕੇ ਦੇ ਵਿੱਚ ਨਾ ਲਿਆ ਜਾਵੇ। ਲਗਾਤਾਰ ਹਾਲਾਤ ਬਦਲ ਰਹੇ ਨੇ, ਪਰ ਜੇਕਰ ਗੱਲ ਕੀਤੀ ਜਾਵੇ ਜਿਮਾਂ ਦੀ, ਤੇ ਜੇਕਰ ਜਿਮ ਖੁੱਲਦੇ ਨੇ ਤਾਂ ਉੱਥੇ ਖਤਰਾ ਵੱਧ ਜਾਂਦਾ ਹੈ ਕਿਉਂਕਿ ਸਕੂਲ ਵੀ ਬੰਦ ਕੀਤੇ ਗਏ ਨੇ, ਪਰ ਜਿਮ ਦੇ ਵਿੱਚ ਕਿਉਂਕਿ ਬਹੁਤ ਸਾਰੇ ਲੋਕ ਨੇ, ਨੌਜਵਾਨਾਂ ਦੇ ਵਿੱਚ ਜਿਮ ਨੂੰ ਲੈ ਕੇ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਐਕਸਾਈਟਮੈਂਟ ਰਹਿੰਦੀ ਹੈ ਕਿ ਜਿਮ ਕਦੋਂ ਖੋਲਣੇ ਨੇ। ਜਿਮ ਖੋਲਣਗੇ ਤਾਂ ਖਤਰਾ ਵੱਧ ਜਾਵੇਗਾ। ਹਾਂ ਬਿਲਕੁਲ, ਗਾਈਡਲਾਈਨਸ ਦੇ ਵਿੱਚ ਸਾਫ਼ ਤੌਰ ਤੇ ਕਲੀਅਰ ਕਿਹਾ ਹੋਇਆ ਕਿ ਜਿਹੜੀਆਂ ਵੀ ਚੀਜ਼ਾਂ ਖੁੱਲ ਰਹੀਆਂ ਨੇ ਤਾਂ ਜੋ ਲੋਕਲ ਅਥਾਰਟੀਜ਼ ਨੇ ਉਹਨਾਂ ਨੂੰ ਉਸ ਦੀ ਗਹਿਰਾਈ ਦੇ ਨਾਲ ਨਜ਼ਰ ਬਣਾ ਕੇ ਰੱਖਣੀ ਹੋਊਗੀ। ਇਹ ਡਿਪਟੀ ਕਮਿਸ਼ਨਰ ਦੀ ਜ਼ਿੰਮੇਵਾਰੀ ਹੈ ਕਿ ਇੱਕ ਜਗ੍ਹਾ ਤੇ ਬਹੁਤ ਜ਼ਿਆਦਾ ਇਕੱਠ ਨਾ ਹੋਵੇ। ਹੋ ਸਕਦਾ ਹੁਣ ਆਪਣੇ ਜ਼ਿਲ੍ਹਾ ਪੱਧਰ ਦੇ ਉੱਤੇ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਜੋ ਡਿਪਟੀ ਕਮਿਸ਼ਨਰ ਨੇ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਕਿ ਉਹ ਹਦਾਇਤਾਂ ਦੇਣ ਜਿਮ ਮਾਲਕਾਂ ਨੂੰ ਵੀ ਕਿ ਤੁਸੀਂ ਇੱਕ ਸਮੇਂ ਦੇ ਵਿੱਚ ਇੰਨੇ ਹੀ ਲੋਕ ਆਪਣੇ ਜਿਮ ਦੇ ਅੰਦਰ ਆਣ ਦਿਓ, ਇਸ ਤੋਂ ਜ਼ਿਆਦਾ ਨਾ ਆਣ ਦਿਓ। ਇਹ ਵੀ ਇਹਦੇ ਵਿੱਚ ਸਾਫ਼-ਸਾਫ਼ ਕਿਹਾ ਗਿਆ ਕਿ ਜੋ ਚੀਜ਼ਾਂ ਖੁੱਲ ਰਹੀਆਂ ਨੇ ਉਸ ਦੇ ਵਿੱਚ ਵੀ ਸੋਸ਼ਲ ਡਿਸਟੈਂਸਿੰਗ ਲੋਕਾਂ ਨੂੰ ਬਣਾ ਕੇ ਰੱਖਣੀ ਪਊਗੀ ਤੇ ਇਹ ਜਿਮ ਵਾਲਿਆਂ ਦੀ ਜ਼ਰੂਰੀ ਆ। ਅਗਰ ਉਹ ਚੀਜ਼ ਨਹੀਂ ਕਰਨਗੇ ਤਾਂ ਉਹਨਾਂ ਦੇ ਉੱਤੇ ਕਾਰਵਾਈ ਹੋ ਸਕਦੀ ਹੈ। ਜੀ, ਤੇ ਜੇਕਰ ਗੱਲ ਕੀਤੀ ਜਾਵੇ ਟਰਾਂਸਪੋਰਟੇਸ਼ਨ ਖੋਲ ਦਿੱਤੀ ਗਈ ਹੈ, ਪਰ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਬਾਹਰੀ ਸੂਬਿਆਂ ਤੋਂ ਜਿਹੜੇ ਆਉਂਦੇ ਉਹਨਾਂ ਵੱਲੋਂ ਅਲੱਗ ਹਦਾਇਤਾਂ ਜਿਹੜੀਆਂ ਉਹ ਜਾਰੀ ਕੀਤੀਆਂ ਗਈਆਂ ਨੇ। ਹੁਣ ਉਸ ਨੂੰ ਲੈ ਕੇ ਕੀ ਅਪਡੇਟ ਹੋਏਗੀ ਕਿ ਕੀ ਪੰਜਾਬ ਸਰਕਾਰ ਦੀ ਜਿਹੜੀਆਂ ਹਦਾਇਤਾਂ ਨੇ ਉਹ ਜਾਰੀ ਕੀਤੀਆਂ ਗਈਆਂ ਜਿਹੜੀਆਂ ਪਹਿਲਾਂ, ਉਹ ਉਸੇ ਤਰ੍ਹਾਂ ਲਾਗੂ ਰਹਿਣਗੀਆਂ? ਹਾਂ ਬਿਲਕੁਲ, ਦੇਖੋ 3rd ਲਾਸਟ ਪੈਰਾਗ੍ਰਾਫ ਹੈ, ਉਹਦੇ ਵਿੱਚ ਸਾਫ਼ ਕਿਹਾ ਗਿਆ ਇੰਟਰਸਟੇਟ ਔਰ ਇੰਟਰਾਸਟੇਟ ਮੂਵਮੈਂਟ ਆਫ ਪੈਸੇਂਜਰਸ ਐਂਡ ਗੁੱਡਸ ਇਸ ਨੂੰ ਅਲਾਉ ਕੀਤਾ ਗਿਆ। ਇਹ ਐਜ਼ ਇਟ ਇਜ਼ ਚੱਲੂਗੀ। ਲੇਕਿਨ ਅਗਰ ਆਪਾਂ ਪੈਸੇਂਜਰਸ ਦੀ ਗੱਲ ਕਰੀਏ, ਅਗਰ ਕੋਈ ਪੰਜਾਬ ਦੇ ਬਾਹਰੀ ਸੂਬੇ ਤੋਂ ਪੰਜਾਬ ਦੇ ਵਿੱਚ ਆ ਰਿਹਾ, ਦੇਸ਼ ਦੇ ਕਿਸੇ ਵੀ ਹਿੱਸੇ 'ਚੋਂ ਪੰਜਾਬ ਦੇ ਵਿੱਚ ਆ ਰਿਹਾ ਹੈ, ਲੇਕਿਨ ਅਗਰ ਉਸਨੇ ਸਿਰਫ ਤੇ ਸਿਰਫ 72 ਆਵਰਸ ਦੇ ਲਈ ਹੀ ਪੰਜਾਬ ਦੇ ਵਿੱਚ ਰੁਕਣਾ ਤਾਂ ਉਸ ਨੂੰ ਕੁਆਰੰਟਾਈਨ ਦੀ ਜ਼ਰੂਰਤ ਨਹੀਂ ਹੈ। ਇਹ ਪੰਜਾਬ ਸਰਕਾਰ ਦੀਆਂ ਗਾਈਡਲਾਈਨਸ ਨੇ। ਲੇਕਿਨ 72 ਘੰਟੇ ਯਾਨੀ ਕਿ 3 ਦਿਨ, ਅਗਰ ਤੁਸੀਂ 3 ਦਿਨ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਰੁਕੋਗੇ ਤਾਂ ਤੁਹਾਨੂੰ ਕੁਆਰੰਟਾਈਨ ਹੋਣਾ ਪਊਗਾ 14 ਦਿਨਾਂ ਦੇ ਲਈ। ਹਾਂ, ਕੁਆਰੰਟਾਈਨ ਤੁਹਾਨੂੰ ਘਰੇ ਹੀ ਤੁਸੀਂ ਆਪਣਾ ਰਹਿ ਸਕਦੇ ਹੋ, ਪ੍ਰਸ਼ਾਸਨ ਨੂੰ ਦੱਸਣਾ ਪਊਗਾ। ਸਭ ਤੋਂ ਵੱਡੀ ਗੱਲ ਹੈ ਕਿ ਕੋਵਾ ਐਪ ਹਮੇਸ਼ਾ ਤੁਹਾਡੇ ਮੋਬਾਈਲ ਦੇ ਵਿੱਚ ਹੋਣੀ ਚਾਹੀਦੀ ਹੈ। ਜੋ ਗਾਈਡਲਾਈਨਸ ਹੈ MHA ਦੀਆਂ, ਉਸ ਦੇ ਵੀ ਲਾਸਟ ਪੈਰਾਗ੍ਰਾਫ ਦੇ ਵਿੱਚ ਲਿਖਿਆ ਹੋਇਆ ਹੈ ਦਾ ਯੂਜ਼ ਆਫ ਆਰੋਗਿਆ ਸੇਤੂ ਮੋਬਾਈਲ ਐਪਲੀਕੇਸ਼ਨ ਵਿਲ ਕੰਟੀਨਿਊ ਟੂ ਬੀ ਐਨਕਰੇਜਡ। ਤਾਂ ਸਰਕਾਰ ਵੀ ਕਹਿ ਰਹੀ ਹੈ ਆਰੋਗਿਆ ਸੇਤੂ ਮੋਬਾਈਲ ਐਪ ਹੈ ਉਸ ਨੂੰ ਹਮੇਸ਼ਾ ਆਪਣੇ ਮੋਬਾਈਲ ਦੇ ਵਿੱਚ ਰੱਖੋ ਔਰ ਐਕਟਿਵ ਮੋਡ ਦੇ ਵਿੱਚ ਰੱਖੋ। ਇਹ ਨਹੀਂ ਤੁਸੀਂ ਇੰਸਟਾਲ ਕਰ ਲਈ ਤੇ ਉਸ ਨੂੰ ਬੰਦ ਕੀਤਾ ਹੋਇਆ ਸਿਰਫ ਦਿਖਾਉਣ ਨੂੰ, ਕਿਉਂਕਿ ਅਕਸਰ ਅਸੀਂ ਦੇਖਿਆ ਜਦੋਂ ਅਸੀਂ ਮਾਲ ਦੇ ਵਿੱਚ ਜਾਂਦੇ ਹਾਂ ਤਾਂ ਉਹ ਪੁੱਛਦੇ ਨੇ ਤੁਹਾਡੇ ਮੋਬਾਈਲ ਦੇ ਵਿੱਚ ਕੋਵਾ ਐਪ ਹੈ। ਅਸੀਂ ਮੋਬਾਈਲ ਐਪ ਦਿਖਾ ਦਈਏ ਕਿ ਹਾਂਜੀ ਹੈ, ਇਹ ਨਹੀਂ ਦੇਖਦੇ ਕਿ ਉਹ ਚੱਲ ਵੀ ਰਹੀ ਹੈ ਨਹੀਂ ਹੈ, ਸਿਰਫ ਉਹਦਾ ਲੋਗੋ ਹੀ ਰੱਖਿਆ ਹੋਇਆ। ਇਹ ਚੀਜ਼ ਬੜੀ ਹੈ ਕਿ ਸਰਕਾਰ ਕਹਿ ਰਹੀ ਹੈ ਸਖਤਾਈ ਦੇ ਨਾਲ ਆਪਣੀ ਨਜ਼ਰ ਬਣਾਈ ਰੱਖੇ। ਜੋ ਕਿ ਸਿਕਿਉਰਿਟੀ ਏਜੰਸੀਜ਼ ਨੇ, ਡਿਪਟੀ ਕਮਿਸ਼ਨਰ ਨੇ, SSPs ਨੇ, ਉਹਨਾਂ ਨੂੰ ਸਖਤਾਈ ਨਾਲ ਰੂਲਸ ਫੋਲੋ ਕਰਨ ਲਈ ਕਿਹਾ ਗਿਆ। ਉਹ ਜਨਤਾ ਤੋਂ ਜੋ ਰੂਲਸ ਨੇ ਉਹਨਾਂ ਨੂੰ ਸਖਤਾਈ ਦੇ ਨਾਲ ਫੋਲੋ ਕਰਵਾਉਣ।
ਜੀ ਜਤਨ ਇਹ ਵੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿਉਂਕਿ ਸਕੂਲ ਬੰਦ ਕਰ ਦਿੱਤੇ ਗਏ ਨੇ ਹੋਰ 1 ਮਹੀਨੇ ਦੇ ਲਈ ਪਰ ਇਸ ਦੇ ਨਾਲ ਹੀ ਜੇਕਰ ਆਨਲਾਈਨ ਸਟੱਡੀ ਨੂੰ ਦੇਖਿਆ ਜਾਵੇ ਤਾਂ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਟੈਨਸ਼ਨ ਹੈ ਆਨਲਾਈਨ ਸਟੱਡੀ ਨੂੰ ਲੈ ਕੇ। ਇਸ ਤੋਂ ਇਲਾਵਾ ਮਾਪੇ ਵੀ ਫਿਕਰਮੰਦ ਰਹਿੰਦੇ ਨੇ ਕਿ ਉਹਨਾਂ ਦੇ ਬੱਚੇ ਘਰੇ ਬੈਠੇ ਜਾਂ ਉਹ ਬੋਰ ਹੋ ਜਾਂਦੇ ਨੇ ਜਾਂ ਉਹ ਗੇਮਸ ਦੇ ਨਾਲ ਜਿਹੜੇ ਨੇ ਜ਼ਿਆਦਾ ਬਿਜ਼ੀ ਰਹਿੰਦੇ ਨੇ, ਤਾਂ ਉਹਨਾਂ ਨੂੰ ਲੈ ਕੇ ਇੱਕ ਜਿਹੜੀ ਚਿੰਤਾ ਹੈ ਉਹ ਹੋਰ ਵੱਧ ਜਾਂਦੀ ਹੈ ਕਿ 1 ਮਹੀਨਾ ਬੱਚੇ ਇੱਕ ਵਾਰ ਫੇਰ ਘਰ ਦੇ ਵਿੱਚ ਹੀ ਰਹਿਣਗੇ। ਬਿਲਕੁਲ ਹਾਂ, 1 ਮਹੀਨਾ ਹਾਲੇ ਬੱਚਿਆਂ ਨੂੰ ਹੋਰ ਘਰੇ ਹੀ ਰਹਿਣਾ ਪਊਗਾ ਵਿਦਿਆਰਥੀਆਂ ਨੂੰ, ਔਰ ਸ਼ਾਇਦ ਇਹਦੇ ਵਿੱਚ ਗੁਰੇਜ਼ ਵੀ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਕਿਉਂਕਿ ਸਾਰੀ ਲਾਈਫ ਪਈ ਹੈ ਹੱਸਣ ਖੇਡਣ ਦੇ ਲਈ ਵੀ ਪੜ੍ਹਨ ਦੇ ਲਈ ਵੀ। ਲੇਕਿਨ ਸਿਆਣੇ ਤਾਂ ਇਹੀ ਕਹਿੰਦੇ ਆ ਕਿ ਜਿੰਨੀ ਜ਼ਿੰਦਗੀ ਲੰਘੀ ਉਹ ਕਮਾ ਕੇ ਲੰਘੀ ਆ, ਜੋ ਲੰਘੂਗੀ ਉਹ ਵੀ ਅਸੀਂ ਕਮਾਵਾਂਗੇ, ਠੀਕ ਹੈ, ਕਮਾਵਾਂਗੇ ਤੇ ਖਾਵਾਂਗੇ। ਲੇਕਿਨ ਇਹ ਜੋ ਸਾਲ 2020 ਹੈ ਇਹ ਆਪਣੀ ਜ਼ਿੰਦਗੀ ਬਚਾਉਣ ਦਾ ਵਾ, ਸਿਰਫ ਆਪਣੀ ਨਹੀਂ, ਆਪਣੇ ਸਮਾਜ ਦੀ ਵੀ ਜ਼ਿੰਦਗੀ ਸਾਡੇ ਹੀ ਹੱਥ ਵਿੱਚ ਹੈ, ਸਾਡੇ ਪਰਿਵਾਰ ਦੀ ਜ਼ਿੰਦਗੀ ਵੀ ਸਾਡੇ ਹੀ ਹੱਥ ਵਿੱਚ ਹੈ। ਇਹਦਾ ਅਸੀਂ ਹੀ ਖਿਆਲ ਰੱਖਣਾ। ਇਹ ਨਹੀਂ ਹੈਗਾ ਕਿ ਅਸੀਂ ਮੂੰਹ ਚੱਕ ਕੇ ਕਿਤੇ ਵੀ ਚਲੇ ਜਾਈਏ। ਸਰਕਾਰ ਹਰ ਵਾਰ ਜਿੰਨੀ ਵਾਰ ਗਾਈਡਲਾਈਨਸ ਜਾਰੀ ਕਰਦੀ ਹੈ ਸਾਫ਼ ਤੇ ਸਪਸ਼ਟ ਰੂਪ ਦੇ ਵਿੱਚ ਇਹ ਕਹਿੰਦੀ ਹੈ ਕਿ ਜ਼ਿੰਮੇਵਾਰੀ ਤੁਹਾਡੀ ਹੀ ਹੈ। ਸਰਕਾਰ ਨੇ ਵੀ ਬੜੀ ਜ਼ਿੰਮੇਵਾਰੀ ਲਿੱਤੀ ਆ, ਉਹਨਾਂ ਨੇ ਲੋਕਾਂ ਨੂੰ ਸਮਝਾਇਆ ਕਿ ਕਿਵੇਂ ਬਚ ਸਕਦੇ ਹੋ। ਸਰਕਾਰ ਨੇ ਵੀ ਸਮਝਾਇਆ, ਪ੍ਰਸ਼ਾਸਨ ਨੇ ਵੀ ਸਮਝਾਇਆ, ਡਾਕਟਰ ਵੀ ਸਮਝਾ ਰਹੇ ਨੇ, WHO ਵੀ ਸਮਝਾ ਰਿਹਾ, ਜੋ ਮਾਹਰ ਨੇ ਉਹ ਵੀ ਸਮਝਾ ਰਹੇ ਨੇ। ਉਹਦੇ ਵਿੱਚ ਇੱਕ ਗੱਲ ਹੈ ਕਿ ਫਿਲਹਾਲ ਇਹਦੀ ਕੋਈ ਵੈਕਸੀਨ ਨਹੀਂ ਹੈ, ਬਚਣ ਦਾ ਇੱਕੋ ਤਰੀਕਾ ਹੈ, ਉਹ ਤੁਹਾਡੇ ਹੱਥ ਵਿੱਚ ਹੈ ਤੇ ਉਹ ਵੀ ਬਹੁਤ ਆਸਾਨ ਹੈ ਕਿ ਤੁਸੀਂ ਆਪਣਾ ਮੇਲ ਜੋਲ ਘਟਾਵੋ, ਲੋਕਾਂ ਦੇ ਨਾਲ ਮਿਲਣਾ ਜੁਲਣਾ ਘੱਟੋ ਘੱਟ ਰੱਖੋ, ਆਪਣਾ ਰਾਬਤਾ ਘੱਟ ਰੱਖੋ। ਜ਼ਰੂਰਤ ਨਹੀਂ ਹੈ ਤਾਂ ਤੁਹਾਨੂੰ ਆਪਣੇ ਘਰੋਂ ਬਾਹਰ ਜਾਣ ਦੀ ਤਾਂ ਤੁਸੀਂ ਨਾ ਜਾਓ, ਉਹੀ ਇੱਕ ਤਰੀਕਾ ਹੈ ਫਿਲਹਾਲ ਤਾਂ। ਤੇ ਜੇਕਰ ਨਾਈਟ ਕਰਫਿਊ ਦੀ ਗੱਲ ਕੀਤੀ ਜਾਵੇ, ਜਦੋਂ ਵੈਸੇ ਕਰਫਿਊ ਹਟਾਇਆ ਗਿਆ ਸੀ, ਦਿਨ ਦਾ ਕਰਫਿਊ ਹਟਾਇਆ ਗਿਆ ਸੀ ਤਾਂ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਹਰ ਆਉਂਦੇ ਸਨ। ਹੁਣ ਤਾਂ ਨਾਈਟ ਕਰਫਿਊ ਵੀ ਹਟਾ ਦਿੱਤਾ ਗਿਆ ਤੇ ਰਾਤ ਦੇ ਸਮੇਂ ਪ੍ਰਸ਼ਾਸਨ ਨੂੰ ਬਹੁਤ ਔਖਾ ਹੋ ਜਾਵੇਗਾ ਲੋਕਾਂ ਨੂੰ ਹੈਂਡਲ ਕਰਨਾ। ਨਹੀਂ, ਕਹਿ ਵੀ ਸਕਦੇ ਆ ਲੇਕਿਨ ਦੋ ਚਿੱਤੀ ਹੈ ਨਾ, ਕਿਉਂਕਿ ਨਾਈਟ ਕਰਫਿਊ ਹੈ ਵੀ ਤਾਂ ਰਾਤ ਨੂੰ 9-10 ਵਜੇ ਤੋਂ ਬਾਅਦ ਵੈਸੇ ਵੀ ਕੌਣ ਟਰੈਵਲ ਕਰਦਾ ਸੀ। ਲੋਕ ਖੁਦ ਵੀ ਬੜੇ ਸਮਝਦਾਰ ਨੇ। ਹਰ ਵਾਰ ਇਹ ਵੀ ਨਹੀਂ ਹੁੰਦਾ ਕਿ ਲੋਕ ਸਮਝਦਾਰ ਨਹੀਂ ਹੈਗੇ ਜਾਂ ਆਪਾਂ ਹਰ ਵਾਰ ਲੋਕਾਂ ਤੇ ਸਿੱਟ ਦਿੰਦੇ ਆ ਜਾਂ ਫਿਰ ਆਪਾਂ ਪ੍ਰਸ਼ਾਸਨ ਤੇ ਸਿੱਟ ਦਿੰਦੇ ਆ, ਇਹ ਵੀ ਨਹੀਂ। ਲੋਕ ਖੁਦ ਵੀ ਸਮਝਦਾਰ ਨੇ, ਉਹਨਾਂ ਨੂੰ ਪਤਾ ਹੈ ਇਹ ਸਮਾਂ ਉਹ ਨਹੀਂ ਹੈ ਕਿ ਤੁਸੀਂ ਕਦੇ ਵੀ ਕਿਤੇ ਵੀ ਜਾਣਾ ਵਾ ਤੇ ਤੁਸੀਂ ਮੂੰਹ ਚੱਕਿਆ, ਗੱਡੀ ਚੱਕੀ, ਬਾਈਕ ਚੱਕੀ ਤੇ ਤੁਸੀਂ ਚਲੇ ਗਏ। ਸਰਕਾਰ ਨੇ ਦਿਨ ਭਰ ਦੀ ਤਾਂ ਰਾਹਤ ਦਿੱਤੀ ਵੀ ਸੀ, ਹੁਣ ਸਿਰਫ ਇੰਨਾ ਹੀ ਹੈ ਕਿ ਤੁਸੀਂ ਰਾਤ ਨੂੰ 9 ਵਜੇ ਤੋਂ ਬਾਅਦ ਵੀ ਟਰੈਵਲ ਕਰ ਸਕਦੇ ਹੋ। ਹਾਂ, ਜਿਹਨੂੰ ਜ਼ਰੂਰਤ ਹੈ ਉਹ ਤਾਂ ਵੈਸੇ ਵੀ ਲੋਕ ਜਾ ਰਹੇ ਸੀ, ਪਾਸ ਲੈਂਦੇ ਸੀ ਆਨਲਾਈਨ ਪਾਸ ਤੋਂ ਬਾਅਦ। ਹਾਂ, ਲੇਕਿਨ ਵੱਡੀ ਗੱਲ ਇਹ ਹੈ ਕਿ ਲੋਕਾਂ ਨੂੰ ਥੋੜੀ ਜਿਹੀ ਸਮਝਦਾਰੀ ਜ਼ਰੂਰ ਇੱਥੇ ਵਰਤਣੀ ਪਊਗੀ, ਜੋ ਕਿ ਅਸੀਂ ਲਗਾਤਾਰ ਕਹਿ ਰਹੇ ਹਾਂ ਕਿ ਅਗਰ ਤੁਹਾਨੂੰ ਕੰਮ ਨਹੀਂ ਹੈ ਤਾਂ ਕੋਸ਼ਿਸ਼ ਕਰੋ ਕਿ ਆਪਣੇ ਘਰੋਂ ਬਾਹਰ ਤੁਸੀਂ ਨਾ ਹੀ ਜਾਵੋ। ਜੀ ਜਤਿਨ, ਤੁਹਾਡੇ ਤੋਂ ਪੰਜਾਬ ਦੇ ਹਾਲਾਤਾਂ ਬਾਰੇ ਵੀ ਜਾਣਕਾਰੀ ਲੈਣਾ ਚਾਹਾਂਗੇ। ਇਸ ਦੇ ਨਾਲ ਹੀ ਟੈਸਟਿੰਗ ਨੂੰ ਲੈ ਕੇ ਜੇ ਪੰਜਾਬ ਦੇ ਹਾਲਾਤ ਦੇਖੇ ਜਾਣਦੇ ਤਾਂ ਟੈਸਟਿੰਗ ਕਿਸ ਪੱਧਰ ਤੇ ਹੋ ਰਹੀ ਹੈ? ਟੈਸਟਿੰਗ ਇਹ ਹੈ, ਭਾਰਤ ਸਰਕਾਰ ਦਾਵਾ ਕਰ ਰਹੀ ਹੈ ਕਿ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਕਿ ਅਸੀਂ ਇੱਕ ਦਿਨ ਦੇ ਵਿੱਚ 12,000 ਟੈਸਟ ਕਰ ਰਹੇ ਹਾਂ ਜੀ। ਤੇ ਪੰਜਾਬ ਦੇ ਆਪਾਂ ਹਾਲਤ ਦੇਖੀਏ ਤਾਂ ਪੰਜਾਬ 'ਚ 14,000 ਤੋਂ ਜ਼ਿਆਦਾ ਮਾਮਲੇ ਆ ਚੁੱਕੇ ਨੇ ਤੇ 336 ਮੌਤਾਂ ਹੋ ਚੁੱਕੀਆਂ ਨੇ। ਇਸੇ ਤਰੀਕੇ ਨਾਲ ਦੇਸ਼ ਦੀ ਗੱਲ ਕਰੀਏ ਤਾਂ 15 ਲੱਖ ਨੂੰ ਕ੍ਰੋਸ ਕਰ ਚੁੱਕਿਆ ਆંકੜਾ ਤੇ ਮੌਤਾਂ ਵੀ 34,500 ਦੇ ਕਰੀਬ ਪਹੁੰਚ ਚੁੱਕੀਆਂ ਨੇ। 34,500 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਪੰਜਾਬ ਦੇ ਹਾਲਾਤ ਤੁਹਾਨੂੰ ਮੈਂ ਦੱਸਿਆ 336 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਜੋ ਸ਼ੁਰੂਆਤ ਦੇ ਵਿੱਚ ਮੌਤਾਂ ਹੋ ਰਹੀਆਂ ਸੀ ਉਹ ਬੜੀ ਸਲੋ ਰਫ਼ਤਾਰ ਦੇ ਵਿੱਚ ਹੋ ਰਹੀਆਂ ਸੀ। ਚਿੰਤਾ ਦਾ ਵਿਸ਼ਾ ਇਹ ਆ ਭਾਰਤ ਦੇ ਲੈਵਲ ਤੇ ਵੀ ਹੈ ਤੇ ਸੂਬਾਈ ਪੱਧਰ ਤੇ ਵੀ ਹੈ ਕਿ ਹੁਣ ਮੌਤਾਂ ਦਾ ਆંકੜਾ ਬੜੀ ਰਫ਼ਤਾਰ ਫੜ ਰਿਹਾ ਹੈ। ਤਾਂ ਲੋਕਾਂ ਨੂੰ ਸਮਝਣਾ ਇਹੀ ਹੋਊਗਾ ਕਿ ਅਸੀਂ ਹੁਣ ਦੂਰੀ ਬਣਾ ਕੇ ਰੱਖੀਏ, ਥੋੜਾ ਅਵੇਅਰ ਰਹੀਏ, ਖੁਦ ਵੀ ਸਾਫ਼ ਸੁਥਰਾ ਰੱਖੀਏ, ਹੈਂਡ ਸੈਨੀਟਾਈਜ਼ਰ ਦਾ ਇਸਤੇਮਾਲ ਕਰੀਏ। ਹਾਂ, ਤੇ ਜਿਹੜੇ ਲੋਕ ਨਹੀਂ ਹੈਂਡ ਸੈਨੀਟਾਈਜ਼ਰ ਦਾ ਇਸਤੇਮਾਲ ਕਰ ਸਕਦੇ, ਸਭ ਤੋਂ ਆਸਾਨ ਹੈ ਕਿ ਤੁਸੀਂ ਸਾਬਣ ਦਾ ਸਿੰਪਲ ਸਾਬਣ ਦੇ ਨਾਲ ਧੋਵੋ, ਔਰ ਜੋ ਸਾਬਣ ਹੈ, ਸੋਪ ਹੈ, ਉਹ ਹੈਂਡ ਸੈਨੀਟਾਈਜ਼ਰ ਤੋਂ ਵੀ ਲੋਕ ਕਹਿ ਰਹੇ ਨੇ ਕਿ ਜ਼ਿਆਦਾ ਅਸਰਦਾਰ ਹੈ। ਤੁਸੀਂ ਉਹਦੇ ਨਾਲ ਹੱਥ ਧੋਵੋ 20 ਸੈਕਿੰਡ, ਜੋ ਗਾਈਡਲਾਈਨਸ ਦੇ ਮੁਤਾਬਕ ਕਿਹਾ ਜਾਂਦਾ ਕਿ 20 ਸੈਕਿੰਡ ਤੱਕ ਤੁਹਾਡੇ ਹੱਥਾਂ ਤੇ ਸਾਬਣ ਰਹਿਣੀ ਚਾਹੀਦੀ ਹੈ। ਇਸ ਦੇ ਨਾਲ ਕਿ ਜਿੰਨੇ ਵੀ ਜਰਮਸ ਨੇ, ਵਾਇਰਸ ਹੈ, ਉਹ ਕਿਲ ਹੋ ਜਾਂਦਾ, ਮਰ ਜਾਂਦਾ ਵਾ। ਬੜਾ ਸੌਖਾ ਵਾ, ਬਸ ਇੰਨਾ ਕਿ ਤੁਸੀਂ ਇਹ ਚੀਜ਼ਾਂ ਨੂੰ ਹੁਣ ਫੋਲੋ ਕਰਨਾ ਹੈ। ਕਰੋਨਾ ਵਾਇਰਸ ਇੰਨੀ ਛੇਤੀ ਨਹੀਂ ਜਾਣ ਲੱਗਿਆ, ਇਹਦੀ ਹਾਲੇ ਵੈਕਸੀਨ ਨਹੀਂ ਹੈ ਔਰ ਉਮੀਦ ਵੀ ਨਾ ਕਰੋ ਕਿ ਬਹੁਤ ਛੇਤੀ ਆ ਜਾਊਗੀ ਕਿਉਂਕਿ ਇੱਕ ਨਵਾਂ ਵਾਇਰਸ ਹੈ, ਹਾਲੇ ਦੀ ਜਾਣਕਾਰੀ ਨਹੀਂ ਸੀ ਤੇ ਇਸ ਦੀ ਵੈਕਸੀਨ ਬਣ ਰਹੀ ਹੈ। ਹਾਲੇ ਮੰਨ ਲਓ ਆਉਣ ਨੂੰ ਤਾਂ ਚਾਹੇ 6 ਦਿਨਾਂ 'ਚ ਆ ਜਾਵੇ, ਜੇ ਆਵੇ 6 ਮਹੀਨਿਆਂ ਦੇ ਵਿੱਚ ਵੀ ਨਾ ਆਵੇ, ਤਾਂ ਇਸ ਦੇ ਲਈ ਲੋਕਾਂ ਨੂੰ ਹੀ ਇਹ ਸੋਚਣਾ ਹੋਊਗਾ ਕਿ ਅਸੀਂ ਕਰੋਨਾ ਵਾਇਰਸ ਦੇ ਨਾਲ ਹੀ ਰਹਿਣਾ ਪੈਣਾ, ਸਾਨੂੰ ਇਹ ਸਾਡੀ ਮਜਬੂਰੀ ਹੈ। ਕਰੋਨਾ ਵਾਇਰਸ ਦੇ ਨਾਲ ਹੀ ਆਪਾਂ ਨੂੰ ਸਮਾਂ ਕੱਢਣਾ ਪੈਣਾ ਹੈ, ਲੇਕਿਨ ਇਸ ਤੋਂ ਬਚ ਕੇ ਕਿਵੇਂ ਰਹਿਣਾ, ਹੁਸ਼ਿਆਰੀ ਨਾਲ ਅਸੀਂ ਕਿਵੇਂ ਰਹਿਣਾ, ਇਹ ਹੁਣ ਲੋਕਾਂ ਦੇ ਉੱਤੇ ਆ। ਲੋਕ ਅਕਸਰ ਪੜ੍ਹੇ ਲਿਖੇ ਆ, ਜਿਹੜਾ ਪੜ੍ਹਿਆ ਲਿਖਿਆ ਨਹੀਂ ਵੀ ਹੈ ਉਸ ਦਾ ਵੀ IQ ਲੈਵਲ ਬਹੁਤ ਵਧੀਆ ਵਾ। ਲੋਕੀ ਜਾਣਦੇ ਨੇ ਕਿ ਅਸੀਂ ਬਚਣਾ ਕਿਵੇਂ ਆ ਕਰੋਨਾ ਵਾਇਰਸ ਤੋਂ। ਤਾਂ ਈਜ਼ੀ ਹੈ, ਕੋਈ ਬੜਾ ਜ਼ਿਆਦਾ ਔਖਾ ਨਹੀਂ ਹੈਗਾ। ਸੋਸ਼ਲ ਡਿਸਟੈਂਸਿੰਗ ਰੱਖਣੀ ਹੈ, ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਹੈ। ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ 'ਚ ਕੋਈ ਸਿੰਪਟਮ ਹੈ ਤਾਂ ਘੋਲ ਨਾ ਕਰੋ,
ਸਿੱਧਾ ਡਾਕਟਰ ਕੋਲ ਜਾਓ ਤੇ ਡਾਕਟਰ ਤੋਂ ਆਪਣਾ ਚੈੱਕਅਪ ਕਰਾਓ। ਕੋਈ ਦਿੱਕਤ ਇਹ ਵੀ ਨਹੀਂ ਹੈਗੀ ਕਿ ਤੁਹਾਡੇ ਉੱਤੇ ਕੋਈ ਐਕਸਪੈਰੀਮੈਂਟ ਕੀਤੇ ਜਾ ਰਹੇ ਨੇ। ਅਗਰ ਪੋਜ਼ਿਟਿਵ ਆ ਵੀ ਗਏ ਤਾਂ ਕੋਈ ਵੱਡੀ ਗੱਲ ਨਹੀਂ। ਸਾਡੇ ਕਈ ਜਾਣਕਾਰ ਪੋਜ਼ਿਟਿਵ ਆਏ ਨੇ, ਹਸਪੀਟਲ ਗਏ ਨੇ, ਬਿਲਕੁਲ ਰਿਕਵਰ ਹੋ ਕੇ ਵਾਪਸ ਘਰੇ ਆ ਗਏ ਨੇ, ਕੋਈ ਵੱਡੀ ਗੱਲ ਨਹੀਂ ਹੈਗੀ। ਹਸਪੀਟਲ ਦੇ ਵਿੱਚ ਵੀ ਤੁਹਾਨੂੰ ਕੋਈ ਉਹ ਨਹੀਂ ਜਾਏ, ਤੁਹਾਡੇ ਉੱਤੇ ਟੌਰਚਰ ਕੀਤਾ ਜਾ ਰਿਹਾ, ਤੁਹਾਨੂੰ ਆਰਾਮ ਨਾਲ ਇੱਕ ਬੈੱਡ ਮਿਲੂਗਾ, ਉਹਦੇ ਉੱਤੇ ਤੁਸੀਂ 14 ਦਿਨਾਂ ਦਾ ਆਪਣਾ ਕੁਆਰੰਟਾਈਨ ਸਮਾਂ ਅਲੱਗ ਤੋਂ ਕੱਢਣਾ ਵਾ। ਇਹ ਵਾਇਰਸ ਆਪਣੇ ਆਪ ਇਹ ਵੀ ਤਾਂ ਤੁਹਾਨੂੰ ਅਲੱਗ ਰੱਖਿਆ ਜਾਂਦਾ ਵਾ ਤਾਂ ਕਿ ਤੁਹਾਡੇ ਨਾਲ ਕਿਸੇ ਹੋਰ ਨੂੰ ਨਾ ਹੋ ਜਾਵੇ ਵਾਇਰਸ। ਬਸ ਇਹੀ ਇੱਕ ਚੀਜ਼ ਹੈ ਛੋਟੀ ਜੀ, ਇਹ ਲੋਕਾਂ ਨੇ ਧਿਆਨ ਵਿੱਚ ਰੱਖਣੀ ਹੈ ਤੇ ਲੋਕ ਬਚ ਸਕਦੇ ਆ ਆਸਾਨੀ ਦੇ ਨਾਲ। ਤੇ ਜੇਕਰ ਪੰਜਾਬ ਦੇ ਵਿੱਚ ਟਰਾਂਸਪੋਰਟੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਪੀਆਰਟੀਸੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕਿਹਾ ਗਿਆ ਕਿ ਫੁੱਲ ਕੈਪੈਸਿਟੀ ਦੇ ਨਾਲ ਬੱਸਿਸ ਨੇ ਜਿਹੜੀਆਂ ਉਹ ਚੱਲ ਸਕਦੀਆਂ ਨੇ, ਤਾਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਵੱਡਾ ਰੋਸ ਸੀ ਕਿ ਆਮ ਪਬਲਿਕ ਹੈ ਜਿਹੜੀ ਉਹ ਲਗਾਤਾਰ ਬੱਸਿਸ ਦੇ ਵਿੱਚ ਟਰੈਵਲ ਕਰਦੀ ਹੈ ਤੇ ਫੁੱਲ ਕੈਪੈਸਿਟੀ ਦੇ ਨਾਲ ਜਦੋਂ ਟਰੈਵਲ ਕੀਤਾ ਜਾਂਦਾ ਤਾਂ ਉੱਥੇ ਸੈਨੀਟਾਈਜ਼ਰ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ ਤੇ ਇਸ ਤੋਂ ਇਲਾਵਾ ਸੋਸ਼ਲ ਡਿਸਟੈਂਸਿੰਗ ਦਾ ਵੀ ਨਹੀਂ ਧਿਆਨ ਰੱਖਿਆ ਜਾਂਦਾ। ਔਰ ਤੁਸੀਂ ਸਭ ਤੋਂ ਪਹਿਲਾਂ ਦੱਸੋ ਫੁੱਲ ਕੈਪੈਸਿਟੀ ਕਿਹਨੂੰ ਕਹਿੰਦੇ ਨੇ? ਕਿ ਸੀਟਾਂ 52 ਸੀਟਾਂ ਨੇ, 52 ਦੀਆਂ 52 ਸੀਟਾਂ ਭਰੀਆਂ ਹੋਣ, ਇਸ ਨੂੰ ਅਸੀਂ ਕਹਿੰਦੇ ਆ ਫੁੱਲ ਕੈਪੈਸਿਟੀ, ਜੋ ਇੱਕ ਨਾਰਮਲ ਬੱਸ ਦੀ ਹੁੰਦੀ ਹੈ। ਲੇਕਿਨ ਅਗਰ ਬੱਸਾਂ ਦੇ ਵਿੱਚ ਜਾ ਕੇ ਦੇਖਿਆ ਜਾਵੇ ਤਾਂ ਓਵਰ ਕੈਪੈਸਿਟੀ ਚੱਲ ਰਹੀਆਂ ਨੇ, ਲੋਕ ਖੜ ਕੇ ਵੀ ਟਰੈਵਲ ਕਰ ਰਹੇ ਨੇ। ਉੱਪਰ ਆਪਣਾ ਇੱਕ ਪਾਈਪ ਨੂੰ ਫੜਿਆ ਹੁੰਦਾ ਤੇ ਲਾਈਨ ਲੱਗੀ ਹੁੰਦੀ ਹੈ, ਲੋਕ 3-3 ਵਾਲੀਆਂ ਸੀਟਾਂ ਤੇ ਵੀ ਬੈਠੇ ਹੁੰਦੇ ਆ, 2 ਵਾਲੀਆਂ ਸੀਟਾਂ ਤੇ ਵੀ ਬੈਠੇ ਹੁੰਦੇ ਆ ਤੇ ਲੋਕ ਖੜ ਕੇ ਵੀ ਟਰੈਵਲ ਕਰ ਰਹੇ ਨੇ। ਇਹ ਚੀਜ਼ ਹੈ ਕਿ ਓਵਰ ਕੈਪੈਸਿਟੀ ਦੇ ਨਾਲ ਚੱਲ ਰਹੀਆਂ ਨੇ। ਸਰਕਾਰ ਨੂੰ ਇਸ ਵੱਲ ਵਾਕਈ ਹੀ ਬਹੁਤ ਜ਼ਿਆਦਾ ਧਿਆਨ ਦੇਣਾ ਬਣਦਾ ਹੈ, ਕਿਉਂਕਿ ਅਗਰ ਆਪਾਂ ਦੇਖਿਆ ਜਾਵੇ ਮੋਟਰਸਾਈਕਲ ਤੇ ਉਹਨਾਂ ਨੇ ਕਿਹਾ ਕਿ ਇੱਕ ਬੰਦੇ ਤੋਂ ਵੱਧ ਅਲਾਓ ਨਹੀਂ ਹੈ, ਲੇਕਿਨ ਫਿਰ ਵੀ 2 ਬਹਿੰਦੇ ਆ, ਲੋਕੀ ਅਲਾਓ ਕਰ ਦਿੰਦੇ ਆ, ਪੁਲਿਸ ਵਾਲੇ ਨਹੀਂ ਰੋਕਦੇ ਹੈਗੇ। ਲੇਕਿਨ 2 ਤੋਂ 3 ਬੈਠੇ ਹੋਣ ਤਾਂ ਨਾਲ ਦੀ ਨਾਲ ਟ੍ਰੈਫਿਕ ਪੁਲਿਸ ਵਾਲੇ ਚਲਾਨ ਕੱਟ ਦਿੰਦੇ ਆ। ਵੱਡਾ ਸਵਾਲ ਇਹ ਹੈ ਕਿ ਟ੍ਰੈਫਿਕ ਪੁਲਿਸ ਵਾਲਿਆਂ ਦਾ ਜ਼ੋਰ ਕਿਉਂ ਨਹੀਂ ਚੱਲਦਾ, ਉਹ ਬੱਸਾਂ ਦੇ ਚਲਾਨ ਕਿਉਂ ਨਹੀਂ ਕੱਟਦੇ? ਇੱਥੇ ਵੀ ਤਾਂ ਉਹੀ ਹੋ ਗਿਆ ਨਾ, ਭਾਈ ਭਤੀਜਾਵਾਦ ਹੀ ਹੋ ਗਿਆ ਨਾ ਕਿ ਇੱਕ ਸਰਕਾਰੀ ਮੁਲਾਜ਼ਮ ਹੈ, ਦੂਜੇ ਸਰਕਾਰੀ ਡਿਪਾਰਟਮੈਂਟ ਦੇ ਮੁਲਾਜ਼ਮ ਦਾ ਚਲਾਨ ਨਹੀਂ ਕੱਟਦਾ। ਇਹ ਸਰਕਾਰ ਦੀ ਵਾਕਈ ਨਾਕਾਮੀ ਹੈ ਤੇ ਅਗਰ ਸਥਿਤੀ ਵਿਗੜਦੀ ਹੈ ਤਾਂ ਹਰ ਵਾਰ ਲੋਕਾਂ ਨੂੰ ਕਹਿਣਾ ਵੀ ਗਲਤ ਹੋਵੇਗਾ ਕਿ ਤੁਸੀਂ ਜ਼ਿੰਮੇਵਾਰ ਹੋ। ਇਸ ਥਾਂ ਤੇ ਸਰਕਾਰ ਵੀ ਜ਼ਿੰਮੇਵਾਰ ਹੈ। ਸਰਕਾਰ ਕਈ ਚੀਜ਼ਾਂ ਦਾ ਧਿਆਨ ਨਹੀਂ ਦੇ ਰਹੀ। ਜਿਸ ਤਰੀਕੇ ਨਾਲ ਸਕੂਲ ਬੰਦ ਨੇ, ਬਹੁਤ ਵਧੀਆ ਗੱਲ ਹੈ, ਕਾਲਜਸ ਬੰਦ ਨੇ, ਲੇਕਿਨ ਦੂਸਰੇ ਪਾਸੇ ਜੋ ਸ਼ਰਾਬ ਦੇ ਠੇਕੇ ਖੋਲ ਦਿੱਤੇ ਗਏ ਉਹ ਰਾਤ ਭਰ ਖੁੱਲੇ ਰਹਿੰਦੇ ਆ। ਠੇਕਿਆਂ ਦੇ ਉੱਤੇ ਲੋਕ ਬਾਹਰ ਗੱਡੀਆਂ ਲਾ ਕੇ ਬਹਿੰਦੇ ਆ ਸੜਕਾਂ ਦੇ ਉੱਤੇ, ਆਮ ਹੀ ਦੇਖਿਆ ਜਾਂਦਾ। ਬਾਕੀ ਦੁਨੀਆ ਦਾ ਤਾਂ ਪਤਾ ਨਹੀਂ, ਸਾਡੇ ਪੰਜਾਬ 'ਚ ਤਾਂ ਇਸੇ ਤਰੀਕੇ ਦਾ ਹੁੰਦਾ। ਆਪਾਂ ਜਲੰਧਰ ਦੇ ਵਿੱਚ ਬੈਠੇ ਗੱਲ ਕਰ ਰਹੇ ਹਾਂ, ਸ਼ਾਮ ਨੂੰ ਅਸੀਂ ਆਪਣੇ ਵਾਪਸੀ ਘਰ ਵੇਲੇ ਅਸੀਂ ਦੇਖਦੇ ਹਾਂ ਜਿੱਥੇ ਵੀ ਠੇਕੇ ਲੋਕ ਬੈਠੇ ਹੁੰਦੇ ਆ, ਖੜਕਾ ਕੇ ਕੁੰਡਾ, ਲੋਕੀ ਛੋਟੀਆਂ ਮੋਰੀਆਂ ਨੇ, ਮੋਰੀਆਂ ਦੇ ਵਿੱਚੋਂ ਵੀ ਸਾਰਾ ਕੁਝ ਮਿਲ ਰਿਹਾ। ਇੱਥੇ ਲੂਪਹੋਲਸ ਹੈ, ਸਰਕਾਰ ਦੀ ਨਾਕਾਮੀ ਹੈ, ਕੈਪਟਨ ਸਰਕਾਰ ਦੀ ਨਾਕਾਮੀ ਹੈ, ਨਾਮ ਲੈ ਕੇ ਕਹਿਣਾ ਚਾਹੀਦਾ। ਇਹੀ ਨਾਕਾਮੀ ਪਹਿਲਾਂ ਬਾਦਲ ਸਰਕਾਰ ਦੀ ਸੀਗੀ, ਜਦ ਪ੍ਰਕਾਸ਼ ਸਿੰਘ ਬਾਦਲ ਸੀਐਮ ਸੀਗੇ। ਇਹੀ ਚੀਜ਼ ਉਦੋਂ ਚੱਲਦੀ ਸੀ, ਇਹੀ ਚੀਜ਼ ਹੁਣ ਚੱਲਦੀ ਹੈ। ਲੁੱਟ ਦਾ ਕਾਰੋਬਾਰ ਹੈ ਸਾਰਾ ਜੀ। ਬਹੁਤ ਸਾਰੀ ਵੀਡੀਓਜ਼ ਇਸ ਤਰ੍ਹਾਂ ਦੀਆਂ ਸਾਹਮਣੇ ਆਈਆਂ ਜਿੱਥੇ ਜਿਹੜੇ ਕੁਆਰੰਟਾਈਨ ਸੈਂਟਰਾਂ ਨੇ ਉੱਥੋਂ ਕੋਰੋਨਾ ਪੋਜ਼ਿਟਿਵ ਮਰੀਜ਼ ਨੇ ਜਿਹੜੇ ਉਹਨਾਂ ਨੇ ਵੀਡੀਓਜ਼ ਬਣਾ ਕੇ ਭੇਜੀਆਂ ਕਿ ਖਾਣਾ ਸਹੀ ਨਹੀਂ ਮਿਲ ਰਿਹਾ, ਜਾਂ ਇਸ ਤੋਂ ਇਲਾਵਾ ਬਹੁਤ ਸਾਰੇ ਮਰੀਜ਼ ਖੁਦ ਆਪਣੇ ਆਲੇ ਦੁਆਲੇ ਦੀ ਜਿਹੜੀ ਸਫਾਈ ਨੇ ਇਹ ਕਰਦੇ ਵੀ ਨਜ਼ਰ ਆਏ। ਤਾਂ ਇੱਥੇ ਵੀ ਇੱਕ ਵੱਡੀ ਨਾਕਾਮੀ ਹੈ ਜਿਹੜੀ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਦੇਖਣ ਨੂੰ ਮਿਲਦੀ। ਬਿਲਕੁਲ ਤਸਵੀਰਾਂ ਸਾਡੇ ਕੋਲ ਆਮ ਹੀ ਸਾਹਮਣੇ ਆਉਂਦੀਆਂ ਨੇ, ਐਜ਼ ਏ ਮੀਡੀਆ ਦੇ ਵਿੱਚ ਹੋਣ ਕਰਕੇ ਕਈ ਤਸਵੀਰਾਂ ਤਾਂ ਅਸੀਂ ਉਹ ਦਿਖਾ ਵੀ ਨਹੀਂ ਪਾਉਂਦੇ, ਇੰਨੀਆਂ ਘਟੀਆਂ ਹੁੰਦੀਆਂ ਨੇ। ਲੇਕਿਨ ਹੁਣ ਬੀਤੇ ਦਿਨ ਦੀ 2 ਤਸਵੀਰਾਂ ਆਈਆਂ ਸੀਗੀਆਂ ਜਿਨ੍ਹਾਂ ਦਾ ਜ਼ਿਕਰ ਤੁਸੀਂ ਵੀ ਕਰ ਰਹੇ ਹੋ। ਫਿਰੋਜ਼ਪੁਰ ਤੋਂ ਵਿੱਚ ਆਈ ਸੀ, ਸਰਕਾਰੀ ਹਸਪਤਾਲ ਦੇ ਵਿੱਚ ਐਡਮਿਟ ਨੇ, ਕੁਆਰੰਟਾਈਨ ਸੈਂਟਰ ਦੇ ਵਿੱਚ ਨੇ ਤੇ ਲੋਕ ਖੁਦ ਹੀ ਸਫਾਈ ਕਰ ਰਹੇ ਨੇ। ਸਫਾਈ ਦੇ ਪ੍ਰਬੰਧ ਤੱਕ ਨਹੀਂ ਹੈ। ਇਹ ਸਰਕਾਰ ਦੀ ਨਾਕਾਮੀ ਹੈ, ਸਰਕਾਰ ਨੂੰ ਇਸ ਦੇ ਵੱਲ ਦੇਖਣਾ ਚਾਹੀਦਾ ਹੈ। ਤੇ ਦੂਸਰੀ ਤਰਫ ਦੁਬਈ ਦੇ ਤੋਂ ਨੌਜਵਾਨ ਆਏ ਸੀਗੇ, ਸ਼ਾਇਦ ਫਗਵਾੜੇ ਦੀ ਗੱਲ ਹੈ ਜਾਂ ਕਪੂਰਥਲਾ ਦੀ ਗੱਲ ਹੈ, ਉੱਥੇ ਨੌਜਵਾਨ ਕੁਆਰੰਟਾਈਨ ਸੈਂਟਰ 'ਚ ਰੁਕੇ ਹੋਏ ਨੇ ਤੇ ਉਹਨਾਂ ਨੂੰ ਨੰਬਰ 1 ਤਾਂ ਸੁੱਕੀ ਰੋਟੀ ਦਿੱਤੀ ਜਾ ਰਹੀ ਹੈ, ਉਸ ਦੇ ਨਾਲ ਜੋ ਦਾਲ ਦਿੱਤੀ ਜਾ ਰਹੀ ਹੈ, ਉਮੀਦ ਤਾਂ ਇਹ ਕਰਦੇ ਹੁੰਦੇ ਕਿ ਦਾਲ ਦੇ ਨਾਲ ਸੈਲਡ ਆਊਗਾ ਕੁਝ, ਲੇਕਿਨ ਸੈਲਡ ਦੀ ਥਾਂ ਤੇ ਉਹਨਾਂ ਨੂੰ ਕੋਕਰੋਚ ਖਿਲਾਏ ਜਾ ਰਹੇ ਨੇ, ਦਾਲ ਦੇ ਵਿੱਚ ਕੋਕਰੋਚ ਨੇ। ਇਹ ਸਿਰਫ ਤਸਵੀਰਾਂ ਇੱਥੋਂ ਹੀ ਨਹੀਂ, ਸਾਨੂੰ ਲੁਧਿਆਣੇ ਤੋਂ ਵੀ ਆਈਆਂ ਸੀ। ਸਿਮਰਜੀਤ ਸਿੰਘ ਬੈਂਸ ਨੇ ਇਹਦਾ ਖੁਲਾਸਾ ਕੀਤਾ ਸੀਗਾ। ਲੋਕ ਹਾਲਾਂਕਿ ਕਹਿੰਦੇ ਅੰਨ ਨੂੰ ਸਿੱਟਣਾ ਨਹੀਂ ਚਾਹੀਦਾ, ਲੋਕ ਸਿੱਟ ਰਹੇ ਸੀਗੇ ਜ਼ਮੀਨ ਤੇ ਕਿ ਇਹਨੂੰ ਖਾਈਏ ਕੀ। ਸ਼ਾਇਦ ਕਹਿਣਾ ਨਹੀਂ ਬਣਦਾ, ਲੇਕਿਨ ਸ਼ਾਇਦ ਇਹੋ ਜਿਹਾ ਘਟੀਆ ਖਾਣਾ ਕੁੱਤੇ ਵੀ ਨਾ ਖਾਂਦੇ ਹੋਣ। ਵੱਡਾ ਸਵਾਲ ਇਹ ਹੈ ਕਿ ਸਰਕਾਰ ਦੇ ਉਹ ਅਧਿਕਾਰੀ ਜਿਹੜੇ ਇਹ ਖਾਣਾ ਪ੍ਰੋਵਾਈਡ ਕਰਦੇ ਨੇ, ਜਿਨ੍ਹਾਂ ਦੀ ਜ਼ਿੰਮੇਵਾਰੀ ਹੈ, ਉਹਨਾਂ ਨੂੰ ਸਵਾਲ ਪੁੱਛਣਾ ਚਾਹੀਦਾ ਹੈ ਕਿ ਖੁਦ ਵੀ ਉਹ ਘਰ 'ਚ ਇਹੋ ਜਿਹਾ ਖਾਣਾ ਖਾਂਦੇ ਨੇ ਕਿ ਉਹਨਾਂ ਦੀ ਪਤਨੀ, ਉਹਨਾਂ ਦੇ ਬੱਚੇ, ਕਿ ਤੁਸੀਂ ਉਹਨਾਂ ਨੂੰ ਇਹੋ ਜਿਹਾ ਖਾਣਾ ਖਿਲਾਉਂਦੇ ਹੋ। ਉਸ ਕੁਆਰੰਟਾਈਨ ਸੈਂਟਰ ਦਾ ਮਾਲਕ ਜਿਹੜਾ ਵੀ ਉਹ ਅਥਾਰਟੀਜ਼ ਨੇ, ਉਹਨਾਂ ਨੂੰ ਪੁੱਛਣਾ ਚਾਹੀਦਾ ਤੁਸੀਂ ਬਾਹਰੋਂ ਆਏ ਲੋਕਾਂ ਨੂੰ ਕੋਕਰੋਚ ਵਾਲੀ ਦਾਲ ਖਿਲਾ ਰਹੇ ਹੋ, ਕਿ ਤੁਹਾਡੇ ਘਰੇ ਵੀ ਇਹੀ ਦਾਲ ਬਣਦੀ ਹੈ? ਸਵਾਲ ਪੁੱਛਣੇ ਚਾਹੀਦੇ ਨੇ ਉਹਨਾਂ ਨੂੰ, ਲੇਕਿਨ ਇਹ ਚੀਜ਼ ਨਹੀਂ ਹੈ। ਬੜਾ ਕੁਝ ਗੜਬੜਾ ਹੱਥ ਹੈ, ਇਸ ਦੇ ਉੱਤੇ ਸਰਕਾਰ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ। ਆਖਿਰ ਦੇ ਵਿੱਚ ਜਤਿਨ ਤੁਹਾਡੇ ਤੋਂ ਇੱਕ ਵਾਰ ਫਿਰ ਤੋਂ ਪੁੱਛਣਾ ਚਾਹੂੰਗੀ ਕਿ ਸਾਨੂੰ ਬਰੀਫ ਦੇ ਵਿੱਚ ਇੱਕ ਵਾਰ ਦੱਸ ਦਿਓ ਕਿ ਕਿਹੜੀਆਂ ਚੀਜ਼ਾਂ ਬੰਦ ਰਹਿਣਗੀਆਂ ਤੇ ਕਿਹੜੀਆਂ ਖੁੱਲਣਗੀਆਂ। ਹਾਂ ਬਿਲਕੁਲ, ਆਪਾਂ ਸਭ ਤੋਂ ਪਹਿਲਾਂ ਦੇਖ ਲੈਂਦੇ ਹਾਂ ਕੀ ਖੁੱਲਣ ਜਾ ਰਿਹਾ। ਸਭ ਤੋਂ ਵੱਡੀ ਗੱਲ ਹੈ ਜੋ ਤੀਸਰਾ ਅਨਲੌਕ ਹੈ ਉਹ 1 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਉਸ ਦੇ ਵਿੱਚ ਸਭ ਤੋਂ ਪਹਿਲਾਂ ਜੋ ਨਾਈਟ ਕਰਫਿਊ ਸੀ ਉਸ ਨੂੰ ਹਟਾ ਦਿੱਤਾ ਗਿਆ, ਯਾਨੀ 2 ਦਿਨ ਬਾਅਦ ਅਗਰ ਕੋਈ ਵਿਅਕਤੀ 2 ਦਿਨ ਤੋਂ ਬਾਅਦ ਨਾਈਟ ਟਰੈਵਲ ਵੀ ਕਰਦਾ ਤਾਂ ਉਸ ਨੂੰ ਅਲਾਓ ਹੋਊਗਾ, ਰਾਤ ਨੂੰ ਜਾ ਸਕਦਾ ਹੈ। ਨੰਬਰ 2, ਜਿਮ ਖੁੱਲ ਰਹੇ ਨੇ ਤੇ ਯੋਗਾ ਕਲਾਸਿਸ ਜਿੱਥੇ ਵੀ ਹੁੰਦੀਆਂ ਨੇ, ਯੋਗਾ ਸੈਂਟਰਸ ਨੇ, ਉਹ ਖੁੱਲਣਗੇ, ਲੇਕਿਨ ਇਹ 5 ਅਗਸਤ ਤੋਂ ਖੁੱਲਣਗੇ। ਔਰ ਜੋ ਲੋਕਲ ਐਡਮਿਨਿਸਟ੍ਰੇਸ਼ਨ ਹੈ ਉਸ ਦੀ ਜ਼ਿੰਮੇਵਾਰੀ ਹੋਊਗੀ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਵਾਉਣਾ। ਕਰਨਾ ਤਾਂ ਲੋਕਾਂ ਨੇ ਹੈ ਤੇ ਜਿਮ ਦੇ ਮਾਲਕਾਂ ਨੇ ਹੈ, ਯੋਗਾ ਕਲਾਸਿਸ ਜਿੱਥੇ ਲੱਗਣੀਆਂ ਉਹਨਾਂ ਨੇ ਕਰਾਉਣਾ ਵਾ। ਲੇਕਿਨ
ਕਿਤੇ ਨਾ ਕਿਤੇ ਜੋ ਪ੍ਰਸ਼ਾਸਨ ਹੈ ਉਸ ਦੀ ਜ਼ਿੰਮੇਵਾਰੀ ਹੈ ਕਿ ਉਸਨੇ ਦੇਖਣਾ ਵਾ। ਜੀ ਵੱਡੀ ਗੱਲ ਜਿਸ ਦੇ ਉੱਤੇ ਬੜਾ ਲੰਬਾ ਰੇੜਕਾ ਚੱਲ ਰਿਹਾ ਸੀ, ਫੀਸਾਂ ਦਾ ਮਾਮਲਾ, ਆਨਲਾਈਨ ਸਟੱਡੀ ਦਾ, ਇਹ ਆਨਲਾਈਨ ਹੀ ਹਲੇ ਰਹੂਗੀ ਅਗਲੇ 1 ਮਹੀਨੇ ਤੱਕ। 31 ਅਗਸਤ ਤੱਕ ਦੇ ਹੁਕਮ ਨੇ ਭਾਰਤ ਸਰਕਾਰ ਦੇ ਕਿ ਦੇਸ਼ ਭਰ ਦੇ ਵਿੱਚ ਜਿੰਨੇ ਵੀ ਸਕੂਲ ਨੇ, ਜਿੰਨੇ ਵੀ ਕਾਲਜਸ ਨੇ, ਜਿੰਨੀਆਂ ਵੀ ਯੂਨੀਵਰਸਿਟੀਜ਼ ਨੇ, ਜਿੰਨੇ ਵੀ ਕੋਚਿੰਗ ਇੰਸਟੀਚਿਊਟਸ ਨੇ, ਉਹ ਬੰਦ ਰਹਿਣਗੇ ਅਗਲੇ 31 ਅਗਸਤ ਤੱਕ। ਜੀ ਇਸ ਦੇ ਨਾਲ ਹੀ ਮੈਟਰੋ ਰੇਲ ਸੇਵਾ ਉਹ ਟੋਟਲੀ ਤਰੀਕੇ ਨਾਲ ਬੰਦ ਰਹੂਗੀ ਅਗਲੇ 1 ਮਹੀਨੇ ਤੱਕ, ਉਹ ਨਹੀਂ ਚੱਲੂਗੀ। ਜੀ ਸਿਨੇਮਾ ਹਾਲ ਬੰਦ ਰਹਿਣਗੇ, ਜੀ ਸਵਿਮਿੰਗ ਪੂਲ, ਐਂਟਰਟੇਨਮੈਂਟ ਪਾਰਕ, ਇਹ ਸਾਰੇ ਬੰਦ ਰਹਿਣਗੇ। ਥੀਏਟਰ ਵੀ, ਸਿਨੇਮਾ ਹਾਲ ਨੇ ਜਿਹਨੇ, ਸਿਨੇਮਾ ਹਾਲ ਵੀ ਬੰਦ ਰਹਿਣਗੇ ਔਰ ਥੀਏਟਰ ਵੀ ਬੰਦ ਰਹਿਣਗੇ, ਦੋਨਾਂ ਨੂੰ ਟੋਟਲੀ ਤਰੀਕੇ ਨਾਲ ਬੰਦ ਰੱਖਣ ਦਾ ਹੁਕਮ ਦਿੱਤਾ ਗਿਆ। ਬਾਰਸ ਨੇ ਜੋ ਉਹ ਵੀ ਬੰਦ ਹੀ ਰਹਿਣਗੇ, ਸਿਰਫ ਠੇਕੇ ਹੀ ਖੁੱਲੇ ਨੇ, ਬਾਹਰ ਬੰਦ ਰਹਿਣਗੀਆਂ। ਯਾਨੀ ਤੁਸੀਂ ਹੋਟਲ ਦੇ ਵਿੱਚ ਜੋ ਰੈਸਟੋਰੈਂਟ, ਹੋਟਲ ਵਾਲਾ ਰੈਸਟੋਰੈਂਟ, ਉੱਥੇ ਬਹਿ ਕੇ ਤੁਸੀਂ ਸ਼ਰਾਬ ਵਗੈਰਾ ਨਹੀਂ ਸਰਵ ਕੀਤੀ ਜਾ ਸਕਦੀ। ਆਡੀਟੋਰੀਅਮਸ ਬੰਦ ਰਹਿਣਗੇ, ਅਸੈਂਬਲੀ ਹਾਲਸ ਬੰਦ ਰਹਿਣਗੇ। ਇਸੇ ਤਰੀਕੇ ਨਾਲ ਸਿਮਿਲਰ ਪਲੇਸਿਸ, ਉਹ ਵਾਲੀਆਂ ਜਗ੍ਹਾਵਾਂ ਜਿਹੜੀਆਂ ਕਿ ਇੱਕ ਬੰਦ ਕਮਰਾ ਨੂਮਾ ਹੁੰਦੀਆਂ ਨੇ, ਉੱਥੇ ਇਕੱਠ ਹੁੰਦੇ ਨੇ, ਲੇਕਿਨ ਉਹ ਨਹੀਂ ਹੋਣਗੇ, ਚਾਹੇ ਉਹ ਸਰਕਾਰੀ ਹੋਵੇ ਜਾਂ ਫਿਰ ਪ੍ਰਾਈਵੇਟ ਹੋਵੇ, ਇਹ ਚੀਜ਼ਾਂ ਬੰਦ ਹੀ ਰਹਿਣਗੀਆਂ। ਇਸੇ ਤਰੀਕੇ ਨਾਲ 31 ਅਗਸਤ ਤੱਕ ਲੋਕਡਾਊਨ ਨੂੰ ਵਧਾ ਦਿੱਤਾ ਗਿਆ, ਲੇਕਿਨ ਕਿੱਥੇ, ਸਿਰਫ ਜਿਹੜੇ ਕੰਟੇਨਮੈਂਟ ਜ਼ੋਨ ਨੇ ਜਿੱਥੇ ਆਲਰੇਡੀ ਕੇਸਿਸ ਚੱਲ ਰਹੇ ਨੇ, ਹਰੇ ਲੋਕ ਰਿਕਵਰ ਨਹੀਂ ਹੋਏ, ਉਹ ਹੋਣਗੇ। ਇੱਕ ਚੀਜ਼ ਹੋਰ ਆਪਾਂ ਪਹਿਲਾਂ ਡਿਸਕਸ਼ਨ ਦੇ ਵਿੱਚ ਰਹਿ ਗਈ ਸੀ, ਸਰਕਾਰ ਨੇ ਹਦਾਇਤ ਦਿੱਤੀ ਹੈ ਕਿ ਜਿਹੜੇ ਲੋਕ 65 ਸਾਲ ਤੋਂ ਜ਼ਿਆਦਾ ਉਮਰ ਵਾਲੇ ਨੇ, ਜੀ ਇਸ ਦੇ ਇਲਾਵਾ ਹੋਰ ਲੋਕ ਪ੍ਰੈਗਨੈਂਟ ਵੂਮਨਸ ਨੇ, ਜੋ ਗਰਭਵਤੀ ਮਹਿਲਾਵਾਂ ਨੂੰ, ਤੇ ਜੋ 10 ਸਾਲ ਦੀ ਉਮਰ ਤੋਂ ਘੱਟ ਵਾਲੇ ਬੱਚੇ ਨੇ, ਜੀ ਉਹਨਾਂ ਨੂੰ ਸਰਕਾਰ ਨੇ ਹਦਾਇਤ ਦਿੱਤੀ ਹੈ ਕਿ ਕੋਸ਼ਿਸ਼ ਕਰੋ ਆਪਣੇ ਘਰ ਦੇ ਵਿੱਚ ਹੀ ਰਹੋ, ਕਿਉਂਕਿ ਦੇਖਿਆ ਗਿਆ ਜੋ ਕਰੋਨਾ ਵਾਇਰਸ ਹੈ 50-55 ਸਾਲ ਤੋਂ ਜੋ ਉਮਰ ਦੇ ਲੋਕ ਨੇ ਉਹਨਾਂ ਲਈ ਕਾਫੀ ਖਤਰਨਾਕ ਹੈ, ਤੇ ਬੱਚਿਆਂ ਲਈ 10-15 ਸਾਲ ਤੋਂ ਘੱਟ ਬੱਚਿਆਂ ਲਈ ਵੀ ਖਤਰਨਾਕ ਹੈ। ਉਹਨਾਂ ਨੂੰ ਸਰਕਾਰ ਨੇ ਸਪੈਸ਼ਲੀ ਗਾਈਡਲਾਈਨਸ ਦੇ ਵਿੱਚ ਮੈਂਸ਼ਨ ਕੀਤਾ ਹੈ ਕਿ ਉਹ ਲੋਕ ਆਪਣੇ ਘਰੇ ਹੀ ਰਹਿਣ। ਹਾਲਾਂਕਿ ਦੇਖਿਆ ਇਹ ਵੀ ਗਿਆ ਕਿ 25-30 ਸਾਲ ਦੇ ਨੌਜਵਾਨ ਮੁੰਡੇ ਕੁੜੀਆਂ, ਉਹਨਾਂ ਦੀ ਵੀ ਡੈਥ ਹੋਈ ਹੈ ਕਰੋਨਾ ਵਾਇਰਸ ਕਰਕੇ। ਲੇਕਿਨ ਦੂਸਰੀ ਸੱਚਾਈ ਇੱਕ ਇਹ ਵੀ ਹੈ, ਦੇਸ਼ ਦੇ ਵਿੱਚ ਜੋ ਜ਼ਿਆਦਾਤਰ ਮੌਤਾਂ ਹੋ ਰਹੀਆਂ ਨੇ ਉਹੀ ਲੋਕਾਂ ਦੀਆਂ ਹੋ ਰਹੀਆਂ ਨੇ ਜਿਹੜੇ ਕਿ ਪਹਿਲਾਂ ਤੋਂ ਹੀ ਕਿਸੇ ਨਾ ਕਿਸੇ ਬਿਮਾਰੀ ਦੇ ਨਾਲ ਪੀੜਤ ਨੇ, ਭਾਵੇਂ ਉਹਨਾਂ ਨੂੰ ਕਿਸੇ ਲਿਵਰ ਦੀ ਦਿੱਕਤ ਹੋਵੇ, ਕਿਡਨੀਜ਼ ਦੀ ਦਿੱਕਤ ਹੋਵੇ, ਉਹਨਾਂ ਨੂੰ ਹਾਰਟ ਦੀ ਦਿੱਕਤ ਹੋਵੇ, ਬਲੱਡ ਪ੍ਰੈਸ਼ਰ ਦੀ ਦਿੱਕਤ ਹੋਵੇ। ਜ਼ਿਆਦਾ ਨੁਕਸਾਨ ਕਰੋਨਾ ਵਾਇਰਸ ਉਹਨਾਂ ਲੋਕਾਂ ਨੂੰ ਹੀ ਪਹੁੰਚਾ ਰਿਹਾ ਜਿਹੜੇ ਕਿ ਪਹਿਲਾਂ ਹੀ ਕਿਸੇ ਨਾ ਕਿਸੇ ਬਿਮਾਰੀ ਦੇ ਨਾਲ ਪੀੜਤ ਨੇ। ਇਹ ਸਭ ਇੱਥੇ ਮੈਂ ਇੱਕ ਚੀਜ਼ ਐਡ ਕਰਨਾ ਚਾਹੂੰਗੀ ਕਿ WHO ਵੱਲੋਂ ਵੀ ਅੱਜ ਇਹ ਕਿਹਾ ਗਿਆ ਕਿ ਜਿਹੜੇ ਮਰੀਜ਼ ਨੇ ਆਲਰੇਡੀ ਸਾਹ ਦੀ ਬਿਮਾਰੀ ਤੋਂ ਪੀੜਤ ਨੇ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੈ ਜਿਸ ਦੇ ਨਾਲ ਸਾਹ ਦੀ ਪ੍ਰੋਬਲਮ ਉਹਨਾਂ ਨੂੰ ਆਉਂਦੀ ਹੈ, ਤਾਂ ਉਹਨਾਂ ਨੂੰ ਜ਼ਿਆਦਾ ਖਤਰਾ ਹੋ ਜਾਂਦਾ ਹੈ ਕਿ ਕਰੋਨਾ ਵਾਇਰਸ ਤੋਂ ਪੀੜਤ ਹੋ ਸਕਣ। ਬਿਲਕੁਲ, ਸਪੈਸ਼ਲੀ ਉਹਨਾਂ ਦਾ ਧਿਆਨ ਆਪਾਂ ਸਿੱਧਾ ਦਵਾਨੇ ਸਾਹ ਦੀ ਬਿਮਾਰੀ, ਸਭ ਤੋਂ ਜਿਹੜੀ ਮੁਸ਼ਕਿਲ ਸਟੇਜ ਵਾਲੀ ਹੁੰਦੀ ਹੈ ਦਮੇ ਦੀ ਬਿਮਾਰੀ। ਜੇ ਅਕਸਰ ਤੁਸੀਂ ਫਿਲਮਾਂ ਦੇ ਵਿੱਚ ਵੀ ਦੇਖਿਆ ਹੋਊਗਾ ਜਾਂ ਸਾਹਮਣੇ ਲੋਕਾਂ ਨੂੰ ਵੀ ਦੇਖਿਆ ਹੋਊਗਾ, ਇੱਕ ਇਨਹੇਲਰ ਹੁੰਦਾ, ਪਫ ਜਿਹਾ ਕਰਦੇ ਨੇ, ਉਹਨਾਂ ਨੂੰ ਵਿੱਚੋਂ ਕੁਝ ਮੈਡੀਸਨ ਹੁੰਦੀ ਹੈ, ਫਿਰ ਉਹਨਾਂ ਦੇ ਜੋ ਆਕਸੀਜਨ ਪਾਈਪ ਹੈ ਉਸ ਦੇ ਵਿੱਚ ਜੋ ਵੀ ਕੈਮੀਕਲ ਚੇਨ ਬਣਦੀ ਹੈ, ਉਸ ਤੋਂ ਬਾਅਦ ਉਹਨਾਂ ਨੂੰ ਸਾਹ ਆਉਣਾ ਸ਼ੁਰੂ ਹੁੰਦਾ। ਉਹ ਦਮੇ ਦੇ ਮਰੀਜ਼ ਹੁੰਦੇ ਆ, ਜਾਂ ਫਿਰ ਹੋਰ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਘੱਟ ਸਿੰਪਟਮਸ ਨੇ ਲੇਕਿਨ ਹੈਗੇ ਉਹ ਸਾਹ ਦੀ ਬਿਮਾਰੀ ਦੇ ਨਾਲ, ਉਹਨਾਂ ਲਈ ਵਾਕਈ ਇਹ ਖਤਰਨਾਕ ਹੈ, ਕਿਉਂਕਿ ਅਕਸਰ ਇਹ ਨੱਕ ਤੇ ਮੂੰਹ 'ਚੋਂ ਸਭ ਤੋਂ ਵੱਧ ਅਟੈਕ ਕਰਦਾ, ਕਿਉਂਕਿ ਅਸੀਂ ਅਕਸਰ ਨਾ ਅੱਖਾਂ ਨੂੰ ਘੱਟ ਵੱਧ ਹੀ ਹੱਥ ਲਗਾਉਂਦੇ ਹਾਂ, ਲੇਕਿਨ ਸਾਡੇ ਮੂੰਹ ਨੂੰ ਔਰ ਨੱਕ ਨੂੰ ਜ਼ਿਆਦਾ ਹੱਥ ਲੱਗਦੇ ਆ, ਕਿਉਂਕਿ ਇਹਨਾਂ ਚੀਜ਼ਾਂ ਨਾਲ ਅਸੀਂ ਖਾਂਦੇ ਹਾਂ ਤੇ ਆਕਸੀਜਨ ਲੈਂਦੇ ਹਾਂ, ਤੇ ਇਹਨਾਂ ਦੋ ਜਗ੍ਹਾ ਦੇ ਨਾਲ ਹੀ ਕਰੋਨਾ ਵਾਇਰਸ ਜ਼ਿਆਦਾਤਰ ਲੋਕਾਂ ਦੇ ਅੰਦਰ ਪਹੁੰਚਦਾ ਵਾ। ਜਾਂ ਤਾਂ ਸਿੱਧਾ ਪਹਿਲਾਂ ਗਲੇ 'ਚ ਇਫੈਕਟ ਕਰਦਾ, ਫਿਰ ਗਲੇ ਦੇ ਅੰਦਰ ਪਾਈਪਸ ਨੇ ਜੋ ਜਿੱਥੇ ਵੀ ਜਾਂਦਾ, ਫਿਰ ਅੱਗੇ ਲੰਗਸ ਦੇ ਉੱਤੇ ਅਸਰ ਕਰਦਾ। ਤਾਂ ਬਿਲਕੁਲ ਇਹ ਤਾਂ ਗੱਲ ਹੈ ਜੋ WHO ਨੇ ਕਿਹਾ ਵਾ ਕਿ ਖਤਰਨਾਕ ਕਰੋਨਾ ਵਾਇਰਸ ਦੀ ਸਥਿਤੀ ਲਗਾਤਾਰ ਖਤਰਨਾਕ ਹੋ ਰਹੀ ਹੈ। ਹਾਲਾਂਕਿ ਕਰੋਨਾ ਪਹਿਲਾਂ 6 ਮਹੀਨੇ ਪਹਿਲਾਂ ਤਾਂ WHO ਮੰਨ ਵੀ ਨਹੀਂ ਰਿਹਾ ਸੀ ਕਿ ਇਹ ਬਹੁਤ ਕੋਈ ਖਤਰਨਾਕ ਬਿਮਾਰੀ ਹੈ, ਫਿਰ ਉਸਨੇ ਹੌਲੀ ਹੌਲੀ ਮੰਨਿਆ। ਫਿਰ WHO ਇਹ ਤੇ ਵੀ ਸੰਸ਼ੈ ਬਰਕਰਾਰ ਸੀਗਾ ਕਿ ਇਹ ਹਵਾ ਦੇ ਵਿੱਚ ਟਰੈਵਲ ਕਰਦਾ ਵਾ ਜਾਂ ਨਹੀਂ ਕਰਦਾ। ਫਿਰ ਇਹਨੇ ਵੀ ਕਿਹਾ ਕਿ ਹਵਾ ਦੇ ਵਿੱਚ, ਕਿਉਂਕਿ ਜਦੋਂ ਕਈ ਜੋ ਵਿਗਿਆਨਿਕ ਨੇ ਜੋ ਲਗਾਤਾਰ ਖੋਜਾਂ ਕਰ ਰਹੇ ਨੇ, ਉਹਨਾਂ ਨੇ ਕਿਹਾ ਕਿ ਹਾਂ ਇਹ ਹਵਾ ਦੇ ਵਿੱਚ ਵੀ ਟਰੈਵਲ ਕਰਦਾ ਹੈ। AC ਸਭ ਤੋਂ ਵੱਧ ਇਹਦੇ ਵਿੱਚ ਭੂਮਿਕਾ ਅਦਾ ਕਰ ਰਿਹਾ ਹੈ ਜੋ ਦਫ਼ਤਰਾਂ ਦੇ ਵਿੱਚ ਲੱਗੇ ਹੁੰਦੇ ਆ। ਤਾਂ WHO ਨੇ ਵੀ ਮੰਨਿਆ, ਹੁਣ WHO ਨੇ ਇਹ ਵੀ ਮੰਨਿਆ ਕਿ ਹਾਂ ਹੁਣ ਇਹ ਸਿਚੁਏਸ਼ਨ ਜਿੰਨੀ ਲੋਕ ਈਜ਼ੀ ਲੈ ਰਹੇ ਨੇ ਉਨੀ ਈਜ਼ੀ ਨਹੀਂ ਹੈ। ਹਾਲਾਂਕਿ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ, ਲੇਕਿਨ ਲੋਕਾਂ ਨੂੰ ਫਿਰ ਵੀ ਥੋੜਾ ਕਿਤੇ ਨਾ ਕਿਤੇ ਸੰਭਲ ਕੇ ਰਹਿਣ ਦੀ ਜ਼ਰੂਰਤ ਹੈ। ਤੇ WHO ਹੀ ਕਹਿ ਰਿਹਾ ਕਿ ਹਾਂ ਜਿਨ੍ਹਾਂ ਨੂੰ ਖਾਸ ਕਰਕੇ ਸਾਹ ਦੀ ਬਿਮਾਰੀ ਹੈ ਉਹ ਥੋੜਾ ਜ਼ਿਆਦਾ ਸੁਚੇਤ ਰਹਿਣ। ਸਿਰਫ ਸਾਹ ਦੀ ਨਹੀਂ, ਅਸੀਂ ਵੀ ਲੋਕਾਂ ਨੂੰ ਕਹਾਂਗੇ ਵੈਸੇ ਤਾਂ ਸਾਰੇ ਲੋਕ ਸੁਚੇਤ ਰਹਿਣ, ਲੇਕਿਨ ਅਗਰ ਕੋਈ ਵਿਅਕਤੀ ਕਿਸੇ ਨਾ ਕਿਸੇ ਬਿਮਾਰੀ ਦੇ ਨਾਲ ਪੀੜਤ ਹੈ ਉਹਨੂੰ ਆਪਣਾ ਥੋੜਾ ਆਮ ਲੋਕਾਂ ਨਾਲੋਂ ਜ਼ਿਆਦਾ ਧਿਆਨ ਦੇਣਾ ਪੈਣਾ। ਜੀ ਬਹੁਤ ਬਹੁਤ ਸ਼ੁਕਰੀਆ ਜਤਨ, ਪੂਰੀ ਜਾਣਕਾਰੀ ਸਾਂਝੀ ਕਰਨ ਦੇ ਲਈ। ਸੋ ਕਿਹਾ ਜਾ ਸਕਦਾ ਹੈ ਕਿ ਅੱਜ ਬੇਸ਼ੱਕ ਹਦਾਇਤਾਂ ਨੇ ਜਿਹੜੀਆਂ ਜਾਰੀ ਕਰ ਦਿੱਤੀ ਗਈਆਂ ਨੇ, ਇਸ ਤੋਂ ਬਾਅਦ 1 ਅਗਸਤ ਤੋਂ ਜਿਮ ਵੀ ਖੋਲੇ ਜਾਣਗੇ ਤੇ ਹੋਰ ਯੋਗਾ ਸੈਂਟਰ ਨੇ ਜਿਹੜੇ ਉਹ ਵੀ ਖੋਲੇ ਜਾਣਗੇ, ਤੇ ਇਸ ਤੋਂ ਇਲਾਵਾ ਨਾਈਟ ਕਰਫਿਊ ਨੂੰ ਵੀ ਹਟਾ ਦਿੱਤਾ ਗਿਆ ਹੈ। ਪਰ ਇਹ ਨਿੱਜੀ ਪੱਧਰ ਤੇ ਹਰ ਇੱਕ ਵਿਅਕਤੀ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਕਰੋਨਾ ਵਾਇਰਸ ਤੋਂ ਬਚਣ ਲਈ ਉਹ ਖੁਦ ਉਸਦੇ ਵੱਲੋਂ ਜਿਹੜੇ ਆ ਲਗਾਤਾਰ ਕਦਮ ਆਪਣੇ ਪੱਧਰ ਤੇ ਹੀ ਉਠਾਏ ਜਾਣ। ਅੱਜ ਦੀ ਇਸ ਜਾਣਕਾਰੀ ਵਿੱਚ ਫਿਲਹਾਲ ਇੰਨਾ ਹੀ। ਹੋਰ तमाम ਖਬਰਾਂ ਲਈ ਤੁਸੀਂ ਦੇਖਦੇ ਰਹੋ ਜਗਬਾਣੀ TV। ਧੰਨਵਾਦ।